सत श्री अकाल, स्वागत है गौरव शुक्ला। मैं हूं तुहाडे नाल हाज़र हां खबरां दा प्राइम टाइम लैके ते प्राइम टाइम दे विच अज गल प्लान दी एक बेबस पिता दे प्लान दी। सूबा सरकार ते केंद्र सरकार दो सरकारां दे अगे अपने पुत दी मौत दा इंसाफ मंग रहे पिता ने हुण 2 करोड़ दी पेशकश कर दित्ती है। अज सवाल कि सिद्धू मूसेवाला दे पिता नूं 2 करोड़ दे इनाम वाला बयान देण दी जरूरत क्यों पै गई कि 2 करोड़ वाले बयान दे विच एक पिता दी ना उम्मीदी झलक रही है। सिस्टम तो सरकारां नूं यह सवाल कर रही है। चर्चा इस दे उत्ते होएगी। सवाल तो यह भी है कि गोल्डी बराड़ वर्गे गैंगस्टर ते दहशतगर्दां नूं भारत लैके आउण काबू करन दा भारतीय एजेंसियां दे कोल प्लान की है। यह सवाल असीं उस समय पुछ रहे हां जदों कुछ दिन पहलां ही आस्ट्रेलिया दे विच कतल करके भज्जिया राजविंदर सिंह आस्ट्रेलिया दी पुलिस ने कुछ दिनों बाद अमृतसर तो काबू कर लिया। ਤਾਂ ਕੀ ਭਾਰਤੀ ਏਜੰਸੀਆਂ ਦੇ ਕੋਲ ਵੀ ਅਜਿਹਾ ਕੋਈ ਪਲਾਨ ਹੈ ਜਾਂ ਨਹੀਂ ਹੈ, ਜਾਂ ਫਿਰ ਇੱਕ ਰੈੱਡ ਕਾਰਨਰ ਨੋਟਿਸ ਵਾਲੀ ਇੰਟਰਪੋਲ ਦੇ ਕੋਲ ਮਾਮਲਾ ਚਲਾ ਗਿਆ, ਉਹ ਪੂਰੀ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਇੱਕ ਪੁਆਇੰਟ ਇਹ ਵੀ ਹੈ ਜੋ ਰਾਜਵਿੰਦਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਰਾਜਵਿੰਦਰ ਦੇ ਉੱਤੇ ਕਰੀਬ 5 ਕਰੋੜ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ ਤਾਂ ਕਿ ਕਰੋੜਾਂ ਦੇ ਇਨਾਮ ਵਾਲਾ ਫਾਰਮੂਲਾ ਕੰਮ ਕਰ ਸਕਦਾ ਹੈ। ਤਾਂ ਅੱਜ ਚਰਚਾ ਕਰਾਂਗੇ ਇੱਕ ਬੇਬਸ ਪਿਤਾ ਦੇ ਪਲਾਨ ਦੀ, 2 ਕਰੋੜ ਰੁਪਏ ਵਾਲੇ ਉਸ ਬਿਆਨ। गोल्डी बराड़ कोई बड़ी बड़ी चीज नहीं है। लॉर्ड्स वर्गियां कतीड़ा नूं मारना कोई बहुत ही बड़ी गल नहीं है, पर क्यों खर्चा बना रखा तुसीं सारा ये एक पिता दा दर्द है। 5 मिनटां दे विच मैं एक साबका फौजी गुरु ग्रंथ साहिब दी मालिक दी किरपा है, 2 मिनट भी नहीं लाउंदा जे मैनूं सामना बंदा आ जे। ये एक साबका फौजी दा चैलेंज है। मरहूम सिद्धू मूसेवाला दे पिता जो आए सन अमृतसर विच गुरुद्वारा कौलसर साहिब ਅਤੇ श्री दरबार साहिब। ਜਦੋਂ ਬਲਕੌਰ ਸਿੰਘ ਕੌਲਸਰ ਸਾਹਿਬ ਵਿੱਚ ਮੰਚ ਤੇ ਆਏ ਅਤੇ ਮੌਕੇ ਤੇ ਮੌਜੂਦ ਸੰਗਤ ਨੂੰ ਸੰਬੋਧਨ ਕੀਤਾ ਤਾਂ ਸਿੱਧੇ ਸਰਕਾਰਾਂ ਨੂੰ ਹੀ ਅਪੀਲ ਕੀਤੀ। ਅਪੀਲ ਇਨਾਮ ਦੇ ਐਲਾਨ ਦੀ, ਗੋਲਡੀ ਬਰਾੜ ਤੇ ਇਨਾਮ ਐਲਾਨੇ ਜਾਣ ਦੀ। ਸਿਰਫ ਇੰਨਾ ਹੀ ਨਹੀਂ, ਬਲਕੌਰ ਸਿੰਘ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਸਰਕਾਰ ਦੇ ਕੋਲ ਪੈਸਾ ਨਹੀਂ ਤਾਂ ਉਹ ਆਪਣੀ ਜੇਬ ਤੋਂ ਵੀ ਪੈਸੇ ਦੇਣ ਲਈ ਤਿਆਰ ਨੇ, ਪਰ ਗੋਲਡੀ ਬਰਾੜ ਭਾਰਤ ਲਿਆਇਆ ਜਾਣਾ ਚਾਹੀਦਾ ਹੈ। 2-4 ਕਰੋੜ ਰੁਪਏ ਦਾ ਅਨਾਉਂਸ ਕਰਦੇ ਵੀ ਜਿਹੜਾ ਗੋਲਡੀ ਨੂੰ ਫੜਾਊਗਾ ਉਹਨੂੰ ਇੰਨਾ ਇਨਾਮ ਦੇਵਾਂਗੇ। ਮੈਂ ਸਰਕਾਰ ਨਾਲ ਵਾਅਦਾ ਕਰਦਾ ਜੇ ਤੇਥੋਂ ਆਪ ਦੇ ਕੋਲੇ ਪੈਸਾ ਹੈ ਨਹੀਂ, ਮੈਂ ਪੈਸੇ ਦਊਂਗਾ, ਮੈਂ ਆਪਣੀ ਜ਼ਮੀਨ ਵੇਚ ਕੇ ਕਿਉਂ ਨਾ ਦੇਵਾਂ। ਤੁਸੀਂ 2 ਕਰੋੜ ਰੁਪਏ ਦਾ ਇਹਨਾਂ ਦੇ ਜਿਹੜੇ ਪਾਪੀਆਂ ਦੇ ਉੱਤੇ ਅਨਾਉਂਸ ਕਰੋ ਵੀ ਅਸੀਂ ਜਿਹੜਾ ਬੰਦੇ ਨੂੰ ਫੜਾਊਗਾ ਅਸੀਂ ਉਹਨੂੰ 2 ਕਰੋੜ ਰੁਪਇਆ ਦੇਵਾਂਗੇ। ਮੈਂ ਪੈਸੇ ਦੇਵਾਂਗਾ, ਮੈਂ ਆਪਣੀ ਜ਼ਮੀਨ ਵੇਚ ਕੇ ਦੇਵਾਂ। ਥੋੜੀ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੱਲ ਕਹਿਣਾ, ਇਸ ਗੱਲ ਤੋਂ ਮੁਕਰੋ। ਬਲਕੌਰ ਸਿੰਘ ਦੇ ਕੋਲ ਇਸ ਮੰਗ ਦੇ ਪਿੱਛੇ ਇੱਕ ਵਾਜਿਬ ਤਰਕ ਵੀ ਹੈ। ਉਹਨਾਂ ਆਸਟ੍ਰੇਲੀਆਈ ਕੁੜੀ ਦੇ ਕਤਲ ਮਾਮਲੇ ਵਿੱਚ ਬੀਤੇ ਦਿਨੀ ਗ੍ਰਿਫਤਾਰ ਕੀਤੇ ਗਏ ਪੰਜਾਬੀ ਦਾ ਜ਼ਿਕਰ ਕੀਤਾ। ਆਸਟ੍ਰੇਲੀਆ ਤੋਂ ਇੱਕ ਬੱਚੀ ਨੂੰ ਮਾਰ ਕੇ ਕੋਈ ਬੰਦਾ ਆਪਣੇ ਆਇਆ ਸੀਗਾ, ਪੰਜਾਬ ਦਾ ਰਹਿਣ ਵਾਲਾ ਸੀ। ਆਸਟ੍ਰੇਲੀਆ ਗਵਰਨਮੈਂਟ ਨੇ ਉਹਦਾ $1 ਮਿਲੀਅਨ ਇਨਾਮ ਰੱਖਿਆ ਔਰ 6 ਦਿਨਾਂ ਦੇ ਵਿੱਚ ਉਹ ਬੰਦਾ ਫੜਿਆ ਗਿਆ। ਮੈਂ ਵੀ ਇਸ ਤਰ੍ਹਾਂ ਹੀ ਚਾਹੁੰਦਾ ਕਿ ਮੇਰੀ ਸਰਕਾਰ, ਸੈਂਟਰ ਗਵਰਨਮੈਂਟ ਖਾਸ ਕਰਕੇ, ਉਸ ਤਰ੍ਹਾਂ ਦਾ ਇਨਾਮ ਘੋਸ਼ਿਤ ਕਰੇ ਗੋਲਡੀ ਬਰਾੜ ਦੇ ਉੱਤੇ। ਔਰ ਮੈਂ 2 ਕਰੋੜ ਰੁਪਈਆ ਟੈਕਸ ਦਿੰਦਾ ਸਾਲ ਦਾ। ਜੇ ਗਵਰਨਮੈਂਟ ਨੂੰ ਲੱਗਦਾ ਫਿਰ ਵੀ ਸਾਡੇ ਕੋਲੇ ਤਾਂ ਹੈ ਨਹੀਂ, ਹੱਥ ਖੜੇ ਹੈ, ਤਾਂ ਮੈਨੂੰ ਦੱਸਣ, ਮੈਂ ਪੈਸੇ ਦੇਊਂਗਾ। ਪਰ ਮੈਂ ਚਾਹੁੰਦਾ ਵੀ ਗਵਰਨਮੈਂਟ ਰਿਵਾਰਡ ਹੈ ਜਿਹੜਾ ਅਨਾਉਂਸ ਕਰੇ ਤਾਂ ਜੋ ਅਸਲੀ ਕਾਤਲ ਹੈ ਮੇਰੇ ਪੁੱਤ ਦਾ, ਮੇਰਾ ਨਹੀਂ ਬਲਕਿ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਉਹਨੇ ਜਿਹੜੇ ਪੁੱਤ ਮਾਰਤੇ ਤੋਂ ਪਹਿਲਾਂ। ਸਿੱਧੂ ਦੇ ਪਿਤਾ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਜਵਾਬ ਉਡੀਕਿਆ ਜਾ ਰਿਹਾ ਸੀ। ਉਹਨਾਂ ਸਾਫ਼ ਕੀਤਾ ਕਿ ਸਿੱਧੂ ਦੀ ਸਮਾਜ ਛੱਡ ਕੇ ਉਹ ਕਿਤੇ ਵੀ ਜਾਣ ਵਾਲੇ ਨਹੀਂ ਅਤੇ ਉਹਨਾਂ ਦੀ ਹੁਣ ਦੀ ਲੜਾਈ ਪੰਜਾਬ ਦੀ ਜਵਾਨੀ ਲਈ ਹੈ। ਵੀਰੋ, ਮੇਰਾ ਪੁੱਤ ਆਪਦੇ ਇਲਾਕੇ ਖਾਤਰ, ਆਪਦੇ ਖਿੱਤੇ ਖਾਤਰ ਜੂਝਿਆ ਔਰ ਟਿੱਬਿਆਂ ਦਾ ਪੁੱਤ ਸੀ, ਟਿੱਬਿਆਂ 'ਚ ਸਮਾ ਗਿਆ। ਉਹਦੀ ਸਮਾਜ ਛੱਡ ਕੇ ਮੈਂ ਜਾ ਨਹੀਂ ਸਕਦਾ। ਮੈਂ ਕਿੱਡਾ ਵੀ ਮੈਨੂੰ ਕੋਈ ਹੀਰਿਆਂ ਦੇ ਨਾਲ ਤੋਲ ਦੇ, ਮੈਂ ਨਹੀਂ ਜਾ ਸਕਦਾ। ਮੇਰਾ ਇੱਕ ਸਰਕਾਰ ਨੂੰ ਮਿਹਣਾ ਸੀ, ਮੇਰਾ ਸਰਕਾਰ ਨੂੰ ਇੱਕ ਰੋਸਾ ਸੀ ਵੀ ਜੇ ਸਰਕਾਰੇ ਤੂੰ ਜੇ ਕੁਝ ਕਰਨਾ ਹੀ ਨਹੀਂ ਹੈ, ਮੇਰੀ FIR ਮੈਨੂੰ ਦੇ ਦੇ, ਮੇਰਾ ਚੱਲ ਗਿਆ, ਮੇਰਾ ਵਾਪਸ ਤਾਂ ਆਉਣਾ ਨਹੀਂ। ਮੇਰੀ ਜਿਹੜੀ ਲੜਾਈ ਹੈ ਆਹ ਸਿੱਧੂਆਂ ਵਾਸਤੇ ਹੈ। ਜੇ ਮੈਂ ਲੜਦਾ ਤੁਹਾਡੇ ਪੁੱਤਾਂ ਦੀ ਖਾਤਰ ਲੜੂੰਗਾ। ਕੁੱਲ ਮਿਲਾ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੰਮ੍ਰਿਤਸਰ ਫੇਰੀ ਦੌਰਾਨ ਸਰਕਾਰਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਤਾਂ ਕੀਤਾ ਹੀ, ਨਾਲ ਹੀ ਆਪਣਾ ਦਰਦ ਵੀ ਇੱਕ ਵਾਰ ਮੁੜ ਬਿਆਨ ਕੀਤਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ, ਨਿਊਜ਼ 18 ਪੰਜਾਬ।
ਤਾਂ ਅੱਜ ਇਸ ਪੂਰੇ ਮੁੱਦੇ ਉੱਤੇ ਹੀ ਗੱਲਬਾਤ ਕਰਨੀ ਹੈ ਔਰ ਗੱਲਬਾਤ ਹੋਣੀ ਜ਼ਰੂਰੀ ਹੈ ਕਿਉਂਕਿ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ, ਇੰਟਰਪੋਲ ਦੇ ਕੋਲ ਮਾਮਲਾ ਪਹੁੰਚ ਗਿਆ, ਪਰ ਸਵਾਲ ਬਰਕਰਾਰ ਹੈ ਕਿ ਗੋਲਡੀ ਬਰਾੜ ਜਾਂ ਗੋਲਡੀ ਬਰਾੜ ਵਰਗੇ ਜਿਹੜੇ ਹੋਰ ਗੈਂਗਸਟਰ ਜਾਂ ਦਹਿਸ਼ਤਗਰਦ ਇਸ ਸਮੇਂ ਦੇਸ਼ ਤੋਂ ਬਾਹਰ ਨੇ, ਜਿਹੜੇ ਉੱਥੇ ਬੈਠ ਕੇ ਪਲੈਨਿੰਗਾਂ ਕਰਦੇ ਨੇ, ਤੇ ਉਹ ਕਿਵੇਂ ਹਿੰਦੁਸਤਾਨ ਆਉਣਗੇ, ਕਿਵੇਂ ਸਲਾਖਾਂ ਦੇ ਪਿੱਛੇ ਪਹੁੰਚਣਗੇ, ਇਹ ਵੱਡਾ ਸਵਾਲ ਬਣਿਆ ਹੋਇਆ। ਅੱਜ ਇਸ ਕਰਕੇ ਇਸ ਦੇ ਉੱਤੇ ਚਰਚਾ ਵੀ ਕਰਾਂਗੇ। ਤੇ ਦੂਜੇ ਪਾਸੇ ਕਿ ਵਾਕਿਆ ਹੀ ਸਰਕਾਰਾਂ ਨੂੰ ਆਪਣੇ ਪੱਧਰ ਦੇ ਉੱਤੇ ਕੋਈ ਵੱਡੇ ਇਨਾਮ ਦਾ ਐਲਾਨ ਕਰਨ ਦੀ ਜ਼ਰੂਰਤ ਹੈ। ਜ਼ਿਕਰ ਸਿੱਧੂ ਮੂਸੇਵਾਲਾ ਨੇ ਕੀਤਾ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀਤਾ, ਰਾਜਵਿੰਦਰ ਸਿੰਘ ਦਾ, ਜਿਸ ਦੇ ਉੱਤੇ $1 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਇਨਾਮ ਦਾ ਐਲਾਨ ਕੀਤਾ ਗਿਆ ਸੀ, ਕਾਬੂ ਕਰ ਲਿਆ ਗਿਆ ਤਾਂ ਕਿ ਇਸ ਤਰੀਕੇ ਨਾਲ ਇਹ ਫਾਰਮੂਲਾ ਹੋ ਸਕਦਾ ਹੈ ਕਿ ਵੱਡੇ ਇਨਾਮ ਦੀ ਰਾਸ਼ੀ ਐਲਾਨੀ ਜਾਵੇ ਤਾਂ ਕਿ ਜਿਹੜੇ ਗੈਂਗਸਟਰ ਨੇ ਜਾਂ ਅਜਿਹੇ ਅਨਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ। ਅੱਜ ਇਸ ਦੇ ਉੱਤੇ ਗੱਲਬਾਤ ਹੋਏਗੀ। ਮੈਂ ਸਭ ਤੋਂ ਪਹਿਲਾਂ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਸਾਡੇ ਨਾਲ ਮਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਐਸਐਸ ਚੰਨੀ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਜੀ ਬਹੁਤ ਬਹੁਤ ਸਵਾਗਤ ਹੈ। ਅੱਜ ਪੋਲੀਟੀਕਲ ਜਮਾਤਾਂ ਤੋਂ ਅਸੀਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਨੂੰ ਹੀ ਸੱਦਿਆ, ਉਸ ਦੀ ਵਜ੍ਹਾ ਇਹ ਹੈ ਕਿ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਇਹ ਦੋਵੇਂ ਸਰਕਾਰਾਂ ਦੇ ਉੱਤੇ ਹੀ ਜ਼ਿੰਮੇਵਾਰੀ ਹੈ, ਉਹ ਚਾਹੇ ਮੂਸੇਵਾਲਾ ਦੇ ਕਤਲ ਦੇ ਜਿਹੜੇ ਮੁਲਜ਼ਮ ਨੇ, ਮਾਸਟਰਮਾਈਂਡ ਨੇ, ਉਹਨਾਂ ਨੂੰ ਫੜਨ ਦੀ ਹੋਵੇ ਜਾਂ ਜਿਹੜੀਆਂ ਹੋਰ ਘਟਨਾਵਾਂ ਹੋਈਆਂ ਨੇ ਜਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ। ਜਦੋਂ ਗੱਲ ਇੰਟਰਨੈਸ਼ਨਲ ਲੈਵਲ ਤੇ ਹੁੰਦੀ ਹੈ, ਮੈਂ ਉਸ ਦਾ ਜ਼ਿਕਰ ਕਰ ਰਿਹਾ। ਇਸ ਦੇ ਨਾਲ ਸਟੂਡੀਓ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਰਹੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਦਲਜੀਤ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਸਾਬਕਾ ਐਸਪੀ ਨੇ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ। ਮੈਂ ਸ਼ੁਰੂਆਤ ਸਰਕਾਰਾਂ ਤੋਂ ਕਰੂੰਗਾ, ਪਹਿਲਾਂ ਪੰਜਾਬ ਸਰਕਾਰ ਤੋਂ। ਕੰਗ ਸਾਹਿਬ, ਇਹ ਬੇਵਸ ਪਿਤਾ ਦੀ ਪੀੜ ਸਮਝੀ ਜਾਵੇ। 2 ਕਰੋੜ ਦੇ ਇਨਾਮ ਦਾ ਐਲਾਨ ਕਰ ਰਹੇ ਨੇ, ਤੁਸੀਂ ਸੈਂਟਰ ਵਾਲੇ ਪਾਸੇ ਗੇਂਦ ਸੁੱਟੋਗੇ, ਮੈਂ ਉੱਥੇ ਵੀ ਪਹੁੰਚਾਂਗਾ, ਪਰ ਪਹਿਲਾਂ ਦੱਸੋ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜਿਹੜੀ ਰੈੱਡ ਕਾਰਨਰ ਨੋਟਿਸ ਦਾ ਜ਼ਿਕਰ ਕਰਦੀ ਹੈ ਜਾਂ ਗੋਲਡੀ ਬਰਾੜ ਨੂੰ ਲਿਆਉਣ ਦੇ ਲਈ ਕੋਸ਼ਿਸ਼ਾਂ ਦਾ ਜ਼ਿਕਰ ਕਰਦੀ ਹੈ, ਇਹ ਖਾਨਾ ਪੂਰਤੀ ਤਾਂ ਨਹੀਂ ਨੇ ਕਿ ਠੀਕ ਹੈ ਸਾਡੀ ਜ਼ਿੰਮੇਵਾਰੀ ਸੀ, ਰੈੱਡ ਕਾਰਨਰ ਨੋਟਿਸ ਜਾਰੀ ਕਰਤਾ, ਜਾਂ ਕੇਂਦਰ ਦੀ ਸਰਕਾਰ ਨੂੰ ਕਹਿ ਦਿੱਤਾ ਉਹ ਅੱਗੇ ਦੇਖਣ ਆਪਣੇ ਆਪ? ਦੇਖੋ ਗੌਰਵ ਜੀ, ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਸਿੱਧੂ ਮੂਸੇਵਾਲੇ ਸਾਹਿਬ ਦੀ ਦਰਦਨਾਕ ਮੌਤ ਹੋਈ ਆ, ਹੱਤਿਆ ਹੋਈ ਆ, ਉਹਦਾ ਸਾਰੇ ਪੰਜਾਬ ਨੂੰ ਨਹੀਂ ਸਾਰੀ ਦੁਨੀਆ ਨੇ ਸ਼ੋਕ ਮਨਾਇਆ ਔਰ ਇਹ 'ਚ ਕੋਈ ਦੋ ਰਾਏ ਨਹੀਂ। ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਭਾਵਨਾ ਹੈ, ਦੇਖੋ ਉਹ ਵਾਕਈ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ, ਬਹੁਤ ਹੀ ਇਮੋਸ਼ਨਲ ਹੈ ਔਰ ਬੜੀ ਦੁਖਦ ਹੈ ਔਰ ਜਾਇਜ਼ ਵੀ ਹੈ। ਮੈਂ ਐਵੇਂ ਕਹਾਂ ਵੀ ਜਿਨ੍ਹਾਂ ਦਾ ਪੁੱਤ ਜਾਂਦਾ ਉਹਨਾਂ ਨੂੰ ਹੀ ਪਤਾ ਹੁੰਦਾ, ਔਰ ਇਹੋ ਜਿਹਾ ਹੋਣਹਾਰ ਮੰਨਿਆ ਪਰਵੰਨਿਆ, ਔਰ ਖਾਸ ਕਰ ਜਦੋਂ ਉਹਨਾਂ ਨੂੰ ਇਹ ਹੀ ਨਹੀਂ ਸਮਝ ਆ ਰਿਹਾ ਵੀ ਸਾਡੀ ਦੁਸ਼ਮਣੀ ਕਿਹਦੇ ਨਾਲ ਸੀ ਤੇ ਕੀ ਸੀ, ਸੁਭਾਵਿਕ ਤੌਰ ਤੇ ਹੈ ਇਹ ਉਹਨਾਂ ਵਾਸਤੇ ਵੀ ਔਰ ਸਾਰੇ ਪੰਜਾਬੀਆਂ ਵਾਸਤੇ ਬੜੀ ਦੁੱਖ ਦੀ ਗੱਲ ਹੈ। ਔਰ ਸਾਰਿਆਂ ਨੇ ਇਸ ਦੁੱਖ ਦੀ ਘੜੀ 'ਚ ਉਹਨਾਂ ਨਾਲ ਸ਼ਰੀਕ ਵੀ ਹੋਏ, ਕੋਈ ਦੋ ਰਾਏ ਨਹੀਂ। ਜਿੱਥੋਂ ਤੱਕ ਗੱਲ ਹੈ ਸਰਕਾਰਾਂ ਦੀ ਕਾਰਗੁਜ਼ਾਰੀ ਦੀ, ਔਰ ਮੈਂ ਗੌਰਵ ਜੀ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਖਾਸ ਕਰ ਸਿੱਧੂ ਮੂਸੇਵਾਲਾ ਸਾਹਿਬ ਦੇ ਕੇਸ ਨੂੰ ਲੈ ਕੇ ਜੇ ਮੈਂ ਜ਼ਿਕਰ ਕਰਾਂ ਜੀ, ਨੋ ਡਾਊਟ ਇਹਦੇ ਤੇ ਬਹੁਤ ਸੰਜੀਦਗੀ ਨਾਲ, ਗੰਭੀਰਤਾ ਨਾਲ ਪੰਜਾਬ ਪੁਲਿਸ ਦੀਆਂ ਏਜੰਸੀਆਂ ਨੇ ਵੀ, ਪੰਜਾਬ ਸਰਕਾਰ ਨੇ ਵੀ ਔਰ ਈਵਨ ਆਲੇ ਦੁਆਲੇ ਦੇ ਸਾਡੇ ਸੂਬਿਆਂ ਨੇ ਵੀ ਕੋਆਪਰੇਟ ਕੀਤਾ ਔਰ ਬਹੁਤ ਹੱਦ ਤੱਕ ਇੰਨੀ ਜਲਦੀ ਕਾਫੀ ਕਾਤਲ ਫੜੇ ਵੀ ਗਏ ਆ, ਕਈ ਜਿਹੜੇ ਮਾਸਟਰਮਾਈਂਡ ਉਹਨਾਂ ਦੇ ਰਿਮਾਂਡ ਤੇ ਵੀ ਆ ਔਰ ਇਨਕਾਊਂਟਰ ਵੀ ਹੋਏ ਆ, ਕੋਈ ਦੋ ਰਾਏ ਨਹੀਂ। ਇਨਕਾਊਂਟਰ ਤੱਕ ਵੀ ਕੋਸ਼ਿਸ਼, ਕੋਈ ਕਸਰ ਨਹੀਂ ਛੱਡੀ ਅਜੇ ਤੱਕ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ। ਮੈਂ ਪੰਜਾਬ ਪੁਲਿਸ ਦੇ ਜ਼ਰੂਰ ਜ਼ਿਕਰ ਕਰੂੰਗਾ। ਜਿੱਥੋਂ ਤੱਕ ਗੱਲ ਹੈਗੀ ਆ, ਕੁਝ ਲੋਕ ਇਹਦੇ ਚ ਜਿਹੜੇ ਆਊਟ ਆਫ ਕੰਟਰੀ ਬੈਠੇ ਆ, ਉਹਨਾਂ ਨੂੰ ਲੈ ਕੇ ਵੀ ਮੈਂ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ, ਬੜੀ ਸੰਜੀਦਗੀ ਨਾਲ ਕੋਸ਼ਿਸ਼ ਕਰ ਰਹੀ ਆ ਸਾਡੀ ਪੰਜਾਬ ਦੀ ਸਰਕਾਰ ਵੀ ਔਰ ਸੈਂਟਰ ਸਰਕਾਰ ਵੀ ਕੋਆਪਰੇਟ ਕਰ ਰਹੀ। ਮੈਂ ਸੁੱਟ ਨਹੀਂ ਰਿਹਾ ਉਹਨਾਂ ਤੇ, ਐਵੇਂ ਮੈਂ ਕਹਾਂ ਵੀ ਮੈਂ ਇਹੋ ਜਿਹੇ ਮਸਲੇ ਤੇ ਕੋਈ ਐਵੇਂ ਆਰੋਪ ਪ੍ਰਤਿਆਰੋਪ ਜਾਂ ਲਾਉਣ ਦੀ ਗੱਲ ਕਰਾਂ। ਔਰ ਤੁਹਾਨੂੰ ਪਤਾ ਹੋਣਾ 2-3 ਦਿਨ ਪਹਿਲਾਂ ਹੀ ਸਾਡੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਆਪਣੀ ਗੱਲ ਨੂੰ ਰਿਪੀਟ ਵੀ ਕੀਤਾ ਹੈ, ਦੁਬਾਰਾ ਵੀ ਕਿਹਾ ਹੈ। ਲੇਕਿਨ ਤੁਹਾਨੂੰ ਪਤਾ ਹੈ ਵੀ ਇੰਟਰਨੈਸ਼ਨਲ ਲਾਅ ਦੇ ਅੰਦਰ ਕਈ ਤਰ੍ਹਾਂ ਦੀਆਂ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਹੈ ਔਰ ਡੈਫੀਨੇਟਲੀ ਅਸੀਂ ਜਲਦੀ ਉਹਨੂੰ ਫੜਾਂਗੇ ਵੀ, ਦੇਸ਼ 'ਚ ਲੈ ਕੇ ਵੀ ਆਵਾਂਗੇ। ਰਹੀ ਗੱਲ ਜਿਹੜਾ ਉਹਨਾਂ ਨੇ ਇਨਾਮ ਦੀ ਗੱਲ ਕੀਤੀ ਹੈ, ਦੇਖੋ ਮੈਂ ਉਹਨਾਂ ਦੀਆਂ ਭਾਵਨਾ ਸਮਝ ਸਕਦਾ ਹਾਂ ਔਰ ਬਿਲਕੁਲ ਕੋਈ ਦੋ ਰਾਏ ਨਹੀਂ। ਸਾਡੇ ਮੁੱਖ ਮੰਤਰੀ ਜੀ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੈ ਔਰ ਉਹਨਾਂ ਦੇ ਤੇ ਲਾਈਨ ਦੇ ਐਕਟ ਉਸ ਫਿਲਮ ਇੰਡਸਟਰੀ 'ਚੋਂ ਆਏ ਸੀ। ਦੂਜੀ ਗੱਲ ਵੀ ਇਹਦੇ ਤੇ ਜ਼ਰੂਰਤ ਪਈ, ਮੈਂ ਕਹਿੰਦਾ ਜ਼ਰੂਰਤ ਪਈ ਤੇ ਕੋਈ ਕਸਰ ਨਹੀਂ ਛੱਡੂਗੀ ਪੰਜਾਬ ਸਰਕਾਰ, ਹਰ ਤਰੀਕੇ ਨਾਲ ਹਰ ਵਸੀਲਾ ਵਰਤਾਂਗੇ। ਠੀਕ ਹੈ, ਪਰ ਦੇਖੋ ਲੋਕ ਜਾਣਨਾ ਚਾਹੁੰਦੇ ਨੇ,
ਮੈਂ ਕੰਗ ਸਾਹਿਬ ਤੁਹਾਡੇ ਤੋਂ ਇੱਕ ਬਹੁਤ ਛੋਟਾ ਜਿਹਾ ਰਿਐਕਸ਼ਨ ਚਾਹੂੰਗਾ, ਮੈਂ ਉਸ ਤੋਂ ਬਾਅਦ ਡਿਬੇਟ 'ਚ ਅੱਗੇ ਵਧਾਂ। ਲੋਕ ਜਾਣਨਾ ਚਾਹੁੰਦੇ ਨੇ ਕਿ ਗੋਲਡੀ ਬਰਾੜ ਨੂੰ ਵਾਪਸ ਲੈ ਕੇ ਆਉਣ ਦਾ ਸਟੇਟਸ ਕੀ ਹੈ। ਲੋਕ ਜਾਣਨਾ ਚਾਹੁੰਦੇ ਨੇ ਕਿ ਜੇ ਸਚਿਨ ਥਾਪਨ ਦੇ ਅਜ਼ਰਬਾਈਜਾਨ ਦੇ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਵਾਪਸ ਲੈ ਕੇ ਆਉਣ ਦਾ ਸਟੇਟਸ ਕੀ ਹੈ। ਲੋਕ ਜਾਣਨਾ ਚਾਹੁੰਦੇ ਨੇ ਕਿ ਜੇਕਰ ਅਨਮੋਲ ਬਿਸ਼ਨੋਈ ਦਾ ਕੀਨੀਆ ਦੇ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਸਟੇਟਸ ਕੀ ਹੈ। ਦੱਸੋ ਨਾ ਸਰ ਲੋਕਾਂ ਨੂੰ ਕਿ ਇਹ ਤਿੰਨ ਸੀ ਜਿਨ੍ਹਾਂ ਨੇ ਪੂਰਾ ਮਾਸਟਰਮਾਈਂਡ ਬਣ ਕੇ ਪੂਰੀ ਸਾਜ਼ਿਸ਼ ਘੜੀ ਤੇ ਇਹਨਾਂ ਨੂੰ ਵਾਪਸ ਲੈ ਕੇ ਆਉਣ ਦੇ ਲਈ ਅਸੀਂ ਇਹ ਕਰ ਰਹੇ ਹਾਂ, ਜਾਂ ਫਿਰ ਪੂਰਾ ਸੈਂਟਰ ਦੇ ਵਾਲੇ ਪਾਸੇ ਤੁਸੀਂ ਦੇਖਦੇ ਹੋ ਕਿ ਸੈਂਟਰ ਦੇਖੇਗਾ ਜਾਂ ਸੈਂਟਰ ਤੋਂ ਮੰਗੋ ਸਟੇਟਸ ਰਿਪੋਰਟ? ਪਹਿਲੀ ਗੱਲ ਤੇ ਇਹ ਤਿੰਨੇ ਹੀ ਜਿਹੜੇ ਤੁਸੀਂ ਮੁਲਜ਼ਮ ਜਿਹੜੇ ਅਕਿਊਜ਼ਡ ਦੇ ਨਾਂ ਦੱਸੇ, ਇਹ ਉਸ ਚਾਰਜਸ਼ੀਟ ਸ਼ਾਮਿਲ ਆ ਉਹਨਾਂ ਦੇ ਨਾਮ ਜੀ। ਰਹੀ ਗੱਲ ਤੁਸੀਂ ਪੁੱਛਿਆ ਜਿਹੜਾ ਇੱਕ ਵੀ ਉਹਨਾਂ ਦਾ ਸਟੇਟਸ ਕੀ ਆ, ਮੈਂ ਡੈਫੀਨਿਟਲੀ ਹਜੇ ਤੱਕ ਜਿਹੜੀ ਉਹਨਾਂ ਦੀ ਐਕਚੁਅਲ ਲੋਕੇਸ਼ਨ ਹੈ, ਲੋਕੇਸ਼ਨ ਜਿਹੜੀ ਆ ਹਜੇ ਆਇਡੈਂਟੀਫਾਈ ਨਹੀਂ ਹੋਈ, ਲੇਕਿਨ ਏਜੰਸੀਆਂ ਮਗਰ ਲੱਗੀਆਂ ਹੋਈਆਂ। ਠੀਕ ਹੈ, ਪਰ ਇਹ ਬਹੁਤ ਕੋਈ ਲੋਕਾਂ ਨੂੰ ਦਿਲਾਸਾ ਨਹੀਂ ਦੇ ਰਹੀ ਹੋਏਗੀ ਕਿ ਜੇ ਆਪਣੇ ਕੋਲ ਅਜੇ ਤੱਕ ਉਹਨਾਂ ਦੀ ਲੋਕੇਸ਼ਨ ਵੀ ਨਹੀਂ ਹੈ। ਸ਼ਾਇਦ ਤੁਹਾਨੂੰ ਇਹ ਚੰਗੀ ਨਾ ਲੱਗੇ, ਪਰ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਐਗਜ਼ੈਕਟਲੀ ਲੋਕੇਸ਼ਨ ਕੀ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੇ ਅਰੈਸਟ ਕਰਨ 'ਚ ਕਿਹੜਾ ਟਾਈਮ ਲੱਗਣਾ? ਤੁਸੀਂ ਮੇਰੀ ਗੱਲ ਨੂੰ ਸਮਝੋ ਨਾ। ਲੋਕੇਸ਼ਨ ਤੋਂ ਮੇਰਾ ਭਾਵ ਹੈ ਕਿ ਜਿੱਥੇ ਬੰਦਾ ਮੌਕੇ ਤੇ ਫੜਿਆ ਜਾਵੇ। ਠੀਕ ਹੈ, 2-3 ਵਾਰ ਆਇਡੈਂਟੀਫਾਈ ਹੋਈਆਂ ਉਹਦੀਆਂ ਲੋਕੇਸ਼ਨਾਂ ਵੀ ਇੱਥੇ ਸੀ ਇੱਕ ਜਿਸ ਤਰ੍ਹਾਂ ਉਹਨੂੰ ਆਪਾਂ ਇੱਕ ਨਿਸ਼ਾਨਦੇਹੀ ਕਹਿ ਸਕਦੇ ਹਾਂ। ਮੈਂ ਸਮਝ ਗਿਆ ਤੁਸੀਂ ਇਹ ਕਹਿ ਰਹੇ ਹੋ ਕਿ ਕੰਟਰੀ ਦਾ ਪਤਾ ਹੈ, ਕੰਟਰੀ ਦੇ ਵਿੱਚ ਐਗਜ਼ੈਕਟ ਲੋਕੇਸ਼ਨ ਕੀ ਹੈ। ਕਿ ਜੇ ਮੈਂ ਚੰਡੀਗੜ੍ਹ ਦੇ ਵਿੱਚ ਕਹਾਂ ਕਿ ਚੰਡੀਗੜ੍ਹ ਦੇ ਵਿੱਚ ਕੋਈ ਉਦਾਹਰਨ ਦੇ ਤੌਰ ਤੇ ਕਹਿ ਰਹੇ ਹਾਂ ਤਾਂ ਤੁਸੀਂ ਕਹਿੰਦੇ ਹੋ ਕਿ ਪਤਾ ਲੱਗ ਜਾਵੇ ਕਿ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਸੈਕਟਰ ਕਿਹੜਾ ਤੇ ਕਬ ਹੋ ਜਾਏਗਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਪੰਜਾਬ ਸਰਕਾਰ ਦਾ ਇੱਕ ਜਿਹੜਾ ਕੋਸ਼ਿਸ਼ ਆ ਸੀ ਉਹਨਾਂ ਤੋਂ ਸਵਾਲ ਪੁੱਛਣ ਦੀ, ਪਰ ਮੈਂ ਹੁਣ ਸੈਂਟਰ ਵਾਲੇ ਪਾਸੇ ਦਾ ਰੁਖ ਕਰਦਾ। ਚੰਨੀ ਸਾਹਿਬ ਤੁਸੀਂ ਦੱਸ ਦਿਓ ਸਰ ਸਟੇਟਸ ਰਿਪੋਰਟ ਕੀ ਹੈ। ਦੇਖੋ ਪੰਜਾਬ ਸਰਕਾਰ ਕਹਿ ਰਹੀ ਹੈ, ਮੈਂ ਜਿੰਨਾ ਸਮਝ ਪਾਇਆ ਕੰਗ ਸਾਹਿਬ ਦੇ ਬਿਆਨ ਤੋਂ, ਕਿ ਅਸੀਂ ਆਪਣੇ ਵਾਲਾ ਪਾਰਟ ਅਦਾ ਕੀਤਾ ਹੈ। ਬੇਸ਼ੱਕ ਪੋਲੀਟੀਕਲ ਤੌਰ ਦੇ ਉੱਤੇ ਅੱਜ ਆਪਾਂ ਟਿੱਪਣੀਆਂ ਨਾ ਕਰੀਏ, ਪਰ ਲੋਕ ਜਾਣਨਾ ਚਾਹੁੰਦੇ ਨੇ ਕਿ 7 ਮਹੀਨੇ ਹੋ ਗਏ ਕਰੀਬ ਇੱਕ ਨੌਜਵਾਨ ਦੁਨੀਆ ਤੋਂ ਚਲਿਆ ਗਿਆ, ਏਡਾ ਜ਼ਬਰਦਸਤ ਵੱਡਾ ਸਟਾਰ, ਤੇ ਜੇ 6-7 ਮਹੀਨੇ ਬਾਅਦ ਵੀ ਆਪਾਂ ਇਹ ਸੋਚ ਰਹੇ ਹਾਂ ਕਿ ਪਤਾ ਹੀ ਨਹੀਂ ਗੋਲਡੀ ਬਰਾੜ ਕੈਨੇਡਾ ਦੇ ਵਿੱਚ ਬੈਠਾ ਹੈ, ਪਤਾ ਨਹੀਂ ਗੋਲਡੀ ਬਰਾੜ ਅਮਰੀਕਾ ਭੱਜ ਗਿਆ, ਪਤਾ ਨਹੀਂ ਗੋਲਡੀ ਬਰਾੜ ਕਿਹੜੇ ਦੇਸ਼ 'ਚ ਭੱਜ ਗਿਆ, ਤਾਂ ਫਿਰ ਲੋਕਾਂ ਨੂੰ ਥੋੜੀ ਜਿਹੀ ਦੁੱਖ ਹੁੰਦੀ ਹੈ, ਪੀੜ ਹੁੰਦੀ ਹੈ ਕਿ ਐਡਾ ਵੱਡਾ ਦੇਸ਼, ਇੰਨੀਆਂ ਵੱਡੀਆਂ ਏਜੰਸੀਆਂ ਤੇ ਹੱਥ ਦੇ ਵਿੱਚ ਕੀ ਹੈ। ਗੌਰਵ ਗੱਲ ਇਹ ਹੈਗੀ ਹੈ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਸਾਨੂੰ ਅਜੇ ਤੱਕ ਉਹ ਗੋਲਡੀ ਬਰਾੜ ਨਹੀਂ ਮਿਲਿਆ ਤੇ ਉਹਦੀ ਜਿਹੜਾ ਐਗਜ਼ੈਕਟ ਲੋਕੇਸ਼ਨ ਹੈਗੀ ਹੈ ਉਹ ਵੀ ਨਹੀਂ ਹੋਈ। ਗੱਲ ਇਹ ਹੈਗੀ ਹੈ ਕਿ ਜਿਹੜਾ ਇੰਟਰਪੋਲ ਹੈ ਨਾ ਜੀ, ਇਹ 192 ਦੇਸ਼ਾਂ ਦਾ ਸੰਘ ਹੈ ਤੇ ਉਹਦੇ ਵਿੱਚ ਹੁਣ ਜਿਹੜਾ NIA ਨੇ ਗਵਰਨਮੈਂਟ ਆਫ ਇੰਡੀਆ ਤੋਂ ਇਹਦੇ ਵਾਸਤੇ ਤੇ ਜਿਹੜੇ ਇਹਦੇ ਸਾਥੀ ਨੇ ਉਹਨਾਂ ਵਾਸਤੇ 5 ਬੰਦਿਆਂ ਦਾ ਰੈੱਡ ਕਾਰਨਰ ਨੋਟਿਸ ਇਸ਼ੂ ਹੋ ਗਿਆ ਜੀ, ਜਿਹਦੇ ਨਾਲ ਕੀ ਹੋਏਗਾ ਕਿ 192 ਮੁਲਕਾਂ ਦੇ ਵਿੱਚ ਜੇ ਕਿਤੇ ਵੀ ਉਹ ਹੋਏਗਾ, ਕਿਤੇ ਵੀ ਉਹਦੀ ਮੂਵਮੈਂਟ ਹੋਏਗੀ, ਕਿਸੇ ਵੀ 에ਅਰਪੋਰਟ ਤੇ, ਪੋਰਟ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਉਹ ਆਪਣੇ ਆਪ ਨੂੰ ਮੂਵ ਕਰੇਗਾ ਤੇ ਉਹ ਇਮੀਡੀਏਟਲੀ ਉਹਦੀ ਜਿਹੜੀ ਅਰੈਸਟ ਹੈਗੀ ਹੈ ਉਹ ਹੋ ਜਾਏਗੀ। ਸੋ ਹੁਣ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਜਿਹੜੀ ਅਰੈਸਟ ਹੈਗੀ ਉਹ ਭੱਜ ਨਹੀਂ ਸਕਦਾ। ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਏਜੰਸੀਜ਼ ਹੈਗੀਆਂ ਨੇ ਔਰ ਉਹਦੀ ਜਲਦੀ ਜਿਹੜੀ ਜਿਵੇਂ ਆਪਾਂ ਕਹਿੰਦੇ ਵੀ ਆਪਣੇ ਬੰਦੇ ਜਾ ਕੇ ਉੱਥੇ ਨਹੀਂ ਗ੍ਰਿਫਤਾਰ ਕਰ ਸਕਦੇ, ਵੀ ਡੋਂਟ ਹੈਵ ਦੈਟ ਕਾਈਂਡ ਆਫ ਅਥਾਰਟੀ। ਜਿਵੇਂ ਇੱਥੇ ਪੰਜਾਬ ਵਾਲੇ ਦਿੱਲੀ ਚਲੇ ਗਏ ਜਾਂ ਦਿੱਲੀ ਵਾਲੇ ਮਹਾਰਾਸ਼ਟਰ ਚਲੇ ਗਏ, ਉਹ ਤਾਂ ਉੱਥੋਂ ਦੀ ਪੁਲਿਸ ਰਾਹੀਂ ਹੀ ਉਹਦੀ ਅਰੈਸਟ ਹੋਏਗੀ। ਔਰ ਜਿਹੜੇ ਮੁਲਕਾਂ ਨਾਲ ਅਸੀਂ ਟ੍ਰੀਟੀਜ਼ ਕੀਤੀਆਂ ਹੋਈਆਂ ਨੇ, ਇੰਟਰਨੈਸ਼ਨਲ ਟ੍ਰੀਟੀਜ਼, ਇਸ ਸੰਬੰਧ ਦੇ ਵਿੱਚ ਜਿਵੇਂ 192 ਮੁਲਕਾਂ ਦਾ ਸੰਘ ਮੈਂ ਦੱਸਿਆ ਹੈਗਾ, ਤਾਂ ਉਹਦੇ ਤਹਿਤ ਫਿਰ ਉਹ ਬੰਦਾ ਉੱਥੋਂ ਅਰੈਸਟ ਹੋ ਜਾਏਗਾ। ਨਾਓ ਵੀ ਕੈਨ ਆਪਣਾ ਸੋਚ ਸਕਦੇ ਹਾਂ ਔਰ ਆਸ ਕਰ ਸਕਦੇ ਹਾਂ ਕਿ ਉਹਦੀ ਜਿਹੜੀ ਗ੍ਰਿਫਤਾਰੀ ਹੈਗੀ ਹੈ ਉਹ ਜਲਦੀ ਹੋਣ ਦੇ ਚਾਂਸਸ ਬਹੁਤ ਹੋ ਗਏ ਨੇ, ਹੋ ਵੀ ਜਾਏ। ਚਲੋ ਠੀਕ ਹੈ, ਹੁਣ ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ, ਇੱਕ ਰਿਐਕਸ਼ਨ, ਉਸ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਕੋਲ ਵਾਪਸ ਆਊਂਗਾ। ਪ੍ਰੋਫੈਸਰ ਮਨਜੀਤ ਜੀ, ਤੁਹਾਨੂੰ ਲੱਗਦਾ ਕਿ ਜਿਸ ਸਹੀ ਦਿਸ਼ਾ ਦੇ ਵਿੱਚ ਮੈਂ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਐਲੀਮੈਂਟਸ ਨੇ, ਗੋਲਡੀ ਬਰਾੜ ਹੋਵੇ ਜਾਂ ਕੋਈ ਉਸਦੇ ਵਰਗੇ ਹੋਰ ਗੈਂਗਸਟਰ ਹੋਣ, ਉਹਨਾਂ ਨੂੰ ਕਾਬੂ ਕਰਨ ਦੇ ਲਈ ਸਹੀ ਦਿਸ਼ਾ ਦੇ ਵਿੱਚ ਤੁਹਾਨੂੰ ਲੱਗਦਾ ਕਿ ਏਜੰਸੀਆਂ, ਪੁਲਿਸ ਕੰਮ ਕਰ ਰਹੀ ਹੈ? ਦੇਖੋ, ਕਿਸੇ ਵੀ ਦੇਸ਼ ਦੇ ਅੰਦਰ ਜਦੋਂ ਕੁਝ ਨਜਾਇਜ਼ ਕੰਮ ਹੁੰਦੇ ਆ, ਭਾਵੇਂ ਉਹ ਆਤੰਕਵਾਦ ਦਾ ਆ, ਭਾਵੇਂ ਉਹ ਡਰੱਗ ਦਾ ਮਾਫੀਆ ਆ, ਤੇ ਭਾਵੇਂ ਇਹ ਗੈਂਗਸਟਰ ਆ ਜੀ, ਇਹਨਾਂ ਦੇ ਪਿੱਛੇ ਕੁਛ ਨਾ ਕੁਛ ਏਜੰਸੀਆਂ ਤੇ ਹੁੰਦੀਆਂ, ਉਹ ਨੈਸ਼ਨਲ ਹੋਣ, ਇੰਟਰਨੈਸ਼ਨਲ ਹੋਣ। ਇੱਕ ਸੋਰਸ ਉਹਨਾਂ ਦੀ ਪ੍ਰੋਟੈਕਸ਼ਨ ਦਾ ਇਹ ਹੈਗਾ, ਔਰ ਦੂਸਰਾ ਕੁਛ ਨਾ ਕੁਛ ਵੱਡੇ ਪੋਲੀਟੀਸ਼ੀਅਨ ਵੀ ਹੁੰਦੇ ਆ ਜਿਹੜੇ ਕਿ ਮਾਫੀਆ, ਗੈਂਗਸਟਰ ਤੇ ਡਰੱਗ ਦੇ ਨਾਲ ਵੀ ਉਹਦਾ ਫਾਇਦਾ ਲੈਂਦੇ ਆ। ਨਹੀਂ ਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦੇ ਇੱਥੇ ਤੁਰੇ ਫਿਰਦੇ ਆ। ਪੰਜਾਬ ਦੇ ਅੰਦਰ ਇਸ ਵੇਲੇ 70 ਗੈਂਗ ਜਿਹੜੇ ਆ ਉਹ ਆਪਰੇਟ ਕਰ ਰਹੇ ਆ, ਜਿਨ੍ਹਾਂ ਦੇ ਵਿੱਚ 500 ਬੰਦੇ ਹੋਣੇ, 300 ਜੇਲ੍ਹ ਦੇ ਵਿੱਚ, 200 ਅਜੇ ਬਾਹਰ ਫਿਰਦੇ ਆ।
ਉਹ ਜੇਲ੍ਹ ਦੇ ਅੰਦਰ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਰਾਜਿਆਂ ਵਾਲੀ ਜੀਵਨ ਜੀਂਦੇ ਆ, ਉੱਥੋਂ ਆਰਡਰ ਕਰੀ ਜਾਂਦੇ ਆ, ਫੋਨ ਅੰਦਰ ਆ, ਨਸ਼ਾ ਸਾਰਾ ਕੁਝ ਚੱਲਦਾ ਆ। ਆਪਾਂ ਕਿਹੜੀ ਸਰਕਾਰਾਂ ਦੀ ਗੱਲ ਕਰਦੇ? ਮੈਨੂੰ ਤਾਂ ਐਂ ਲੱਗਦਾ ਕਿ ਜਿਵੇਂ ਗੈਂਗਸਟਰ ਸਰਕਾਰਾਂ ਨੂੰ ਚਲਾਉਂਦੇ ਹੋਣ। ਮੈਂ ਕੇਂਦਰ ਦੀ ਸਰਕਾਰ ਨੂੰ ਤੁਸੀਂ ਇੱਕ ਪਾਸੇ ਰੱਖ ਲਓ। ਨਹੀਂ, ਕਿਉਂ ਲੱਗਦਾ ਤੁਹਾਨੂੰ? ਇਹ ਤਾਂ ਬਹੁਤ ਸੀਰੀਅਸ ਐਲੀਗੇਸ਼ਨਸ ਨੇ। ਨਹੀਂ ਇਸ ਕਰਕੇ ਕਿ ਮੈਂ ਤੁਹਾਡੇ ਬਿਆਨ ਸੁਣਨ ਤੋਂ ਬਾਅਦ ਐਂ ਲੱਗਦਾ ਕਿ ਅਸੀਂ ਇਨਸਾਫ ਦੀ, ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਇਨਸਾਫ ਦੀ ਲੋਕ ਉਮੀਦ ਹੀ ਨਾ ਰੱਖਣ। ਫਿਰ ਨਹੀਂ, ਮੈਂ ਨਹੀਂ ਇਹ ਕਹਿੰਦਾ ਕਿ ਨਾ ਰੱਖਣ। ਸਾਨੂੰ ਇਸ ਪ੍ਰੋਬਲਮ ਨੂੰ ਪਹਿਲਾਂ ਉਸੇ ਪਰਸਪੈਕਟਿਵ 'ਚ ਸਮਝਣਾ ਪਊਗਾ। ਤੁਸੀਂ ਜਦੋਂ ਲਾਰੈਂਸ ਬਿਸ਼ਨੋਈ ਆਇਆ, ਤੁਹਾਡੇ ਹੀ ਚੈਨਲ ਨੇ ਸਭ ਤੋਂ ਵੱਧ ਉਹਨੂੰ ਕਵਰ ਕਰਕੇ ਦਿਖਾਇਆ ਸੀਗਾ, ਤੇ ਉਹਨੂੰ ਲਾਈਵ ਕਿੱਥੇ ਤੱਕ ਕਿਵੇਂ ਜਾਂਦਾ। 2 ਬੁਲਟ ਪ੍ਰੂਫ ਗੱਡੀਆਂ, ਐਡੇ ਮਾਰ, ਸਾਰੇ ਲੋਕ ਨਾਲ ਆ ਰਹੇ ਆ। 2 ਗੱਡੀਆਂ ਇਸ ਕਰਕੇ ਕਿ ਉਹਦਾ ਪਤਾ ਨਾ ਲੱਗੇ ਕਿ ਕਿਹਦੇ 'ਚ ਆ। ਗੱਡੀ ਵੀ ਬੁਲਟ ਪ੍ਰੂਫ। ਹੁਣ ਵੀ ਉਹ ਜਦੋਂ ਉਹਨੂੰ ਕੋਈ ਪੁਲਿਸ ਵਾਲਾ ਮਾੜਾ ਜਿਹਾ ਉਹਨੂੰ ਡਰ ਲੱਗ ਹੁੰਦਾ ਕਿ ਇੰਜ ਹੁੰਦਾ, ਉਹ ਕਹਿੰਦਾ ਖਬਰਦਾਰ ਮੈਂ ਬਦਲਾ ਲਊਂਗਾ ਜੇ। 700 ਬੰਦੇ ਇੰਡੀਆ ਦੇ ਵਿੱਚ ਉਹਦੇ ਕੰਮ ਕਰ ਰਹੇ ਆ। ਯੰਗ ਮੁੰਡਾ ਆ ਜੇ, ਪਤਾ ਨਹੀਂ 30-31 ਸਾਲ ਦਾ। ਇਮੈਜਿਨ ਤੇ ਕਰੋ ਹਾਲਾਤ ਕੀ ਬਣੇ ਹੋਏ ਆ। 700 ਬੰਦਾ ਜਿਹਦੀ ਕਮਾਂਡ ਦੇ ਵਿੱਚ ਜਿੱਥੇ ਮਰਜ਼ੀ ਉਹ ਆਰਡਰ ਕਰਵਾ ਸਕਦਾ। ਤੇ ਇਹ ਐਡਾ ਵੱਡਾ ਨੈਕਸਸ ਤੇ ਅਸੀਂ ਕੀ ਕਰ ਰਹੇ ਹਾਂ? ਉਹਨੂੰ ਫੜ ਲਿਆ ਜੀ, ਉਹਨੂੰ ਛੱਡਤਾ ਜੀ, ਉਹਨੂੰ ਕੋਰਟ 'ਚ ਪੇਸ਼ ਕਰਤਾ ਜੀ। ਦਿਖਾਵਾ। ਜਿਹੜਾ ਗੈਂਗਸਟਰਿਜ਼ਮ ਨੂੰ ਖਤਮ ਕਰਨਾ, ਔਰ ਇਸ ਕੇਸ ਦੇ ਵਿੱਚ ਮੇਰਾ ਖਿਆਲ ਸਾਨੂੰ ਸਿੱਖਣਾ ਚਾਹੀਦਾ ਹੈ। ਨਹੀਂ ਤੇ ਅਸੀਂ ਕੋਈ ਵੀ, ਖਾਸ ਕਰਕੇ ਜਿਹੜੇ ਪੈਸੇ ਵਾਲੇ ਆ, ਬਿਜ਼ਨਸ ਵਾਲੇ, ਉਹ ਸਿਕਿਉਰ ਨਹੀਂ ਹੈ। ਫਰੌਤੀਆਂ ਲੈਂਦੇ ਆ, ਦਿਨ ਦਿਹਾੜੇ ਲੈਂਦੇ ਆ, ਔਰ ਉਹ ਕੋਈ ਬੰਦੇ ਡਰਦੇ ਆਪਣੇ ਬੱਚੇ ਨੂੰ, ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਚੁੱਪ ਕਰਕੇ ਦੇ ਵੀ ਆਉਂਦੇ ਆ ਫਰੌਤੀਆਂ। ਸਾਰੇ ਥੋੜੀ ਜਾ ਕੇ ਕੋਰਟਾਂ ਦੇ ਵਿੱਚ ਪੁਲਿਸ ਕੋਲ ਜਾ ਕੇ ਆਪਣੇ ਕੇਸ ਦਰਜ ਕਰਦੇ ਆ। ਇਸ ਲਈ ਇਹ ਜਿਹੜਾ ਅਨਲਾਫੁਲ ਇੱਕ ਵੱਡਾ ਪੂਰਾ ਟ੍ਰਾਈਬ ਬਣ ਚੁੱਕਾ, ਉਹਨਾਂ ਦਾ ਨੈਟਵਰਕ ਬੜਾ ਜ਼ਬਰਦਸਤ ਆ, ਜਿਹਦੇ ਵਿੱਚ ਕਿਤੇ ਨਾ ਕਿਤੇ ਸਾਰੇ ਇਨਵੋਲਡ ਆ। ਪੁਲਿਸ ਦੀ ਵੀ ਸ਼ੈ ਹੋਊਗੀ, ਜ਼ਰੂਰ ਹੋਊਗੀ। ਤੁਹਾਡੇ ਸਾਹਮਣੇ ਸ਼ੈ ਆ, ਜਿਵੇਂ ਦੀਪਕ ਉਹਨੂੰ ਛੱਡਿਆ ਸੀਗਾ, ਪੀਨੂ ਨੂੰ ਬਿਲਕੁਲ ਛੱਡਿਆ ਸੀ। ਜਿਵੇਂ ਕਿਤੇ ਆਪਣਾ ਬੜੇ, ਮੈਂ ਕਿਹਾ ਸੀ ਗਾਂ ਉਹਨਾਂ ਨੂੰ ਛੱਡ ਕੇ ਪ੍ਰੋਟੈਕਸ਼ਨ ਤੇ ਦੇ ਕੇ ਨਾਲ ਛੱਡ ਕੇ ਆਉਣਾ ਚਾਹੀਦਾ, ਰਾਜ ਨਾ ਕੋਈ ਫੜ ਲੈ। ਹਾਲਤ ਜਦੋਂ ਇਹੋ ਜਿਹੀ ਹੋਵੇ ਤੇ ਸਾਨੂੰ ਵੱਡੇ ਆਪਰੇਸ਼ਨ ਤੇ ਵੱਡੀ ਸੋਚ ਤੇ ਵੱਡੀਆਂ ਤਰੀਕੇ ਦੇ ਨਾਲ ਉਸ ਦਾ ਸਿਸਟਮ ਦੇ ਲੈਵਲ ਤੇ ਹੱਲ ਕਰਨ ਦੀ ਲੋੜ ਆ। ਕੱਲੇ ਬੰਦੇ ਨੂੰ ਗੋਲਡੀ ਬਰਾੜ ਫੜਿਆ ਗਿਆ, ਨਹੀਂ ਫੜੇਗਾ, ਅੱਜ ਉੱਥੇ ਚਲਾ ਗਿਆ, ਅੱਜ ਦੇਖ ਲਿਓ। ਇਹ ਬਿਲਕੁਲ ਬਰਗਾੜੀ ਵਾਲਾ ਚੱਕਰ ਦੇ ਵਿੱਚ ਲੰਬਾ ਕੇਸ ਪੈਣ ਨੂੰ ਹੈ। ਇਸੇ ਕਰਕੇ ਉਸ ਹਤਾਸ਼ ਤੋਂ, ਉਸ ਨਿਰਾਸ਼ਾ ਚੋਂ ਉਹਦੇ ਬਾਪ ਦਾ ਜਿਹੜਾ ਜਿਗਰ ਆ ਰੋਇਆ। ਔਰ ਸਾਨੂੰ ਖੁਦ ਬੜਾ ਦੁੱਖ ਹੁੰਦਾ ਜਦੋਂ ਕੋਈ ਬੰਦਾ ਕਹਿੰਦਾ ਮੈਂ 2 ਕਰੋੜ ਦਿੰਨਾ। ਇਹਦਾ ਮਤਲਬ ਇੱਕ ਤਮਾਚਾ ਆਇਆ ਸਰਕਾਰਾਂ ਤੇ ਸਿਸਟਮ ਤੇ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਵਾਰ ਰੁਕ ਕਰਨਾ ਸਾਡੇ ਨਾਲ ਦਲਜੀਤ ਸਿੰਘ ਗਰੇਵਾਲ ਜੀ ਨੇ, ਸਾਬਕਾ ਐਸਪੀ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ। ਮੈਂ ਪਹਿਲਾਂ ਸਭ ਤੋਂ ਇਹੀ ਜਾਣਨਾ ਚਾਹੁੰਦਾ ਕਿ ਇਨਾਮ ਵਾਲਾ ਐਲਾਨ, ਜਿਹੜੇ ਇਸ ਤਰੀਕੇ ਦੇ ਐਲੀਮੈਂਟਸ ਨੇ, ਚਾਹੇ ਗੋਲਡੀ ਬਰਾੜ ਹੋਵੇ ਜਾਂ ਕੋਈ ਹੋਰ ਵੱਡਾ ਗੈਂਗਸਟਰ ਜਾਂ ਦਹਿਸ਼ਤਗਰਦ ਹੋਵੇ, ਇਹ ਵੱਡੇ ਰਾਸ਼ੀ ਦਾ ਐਲਾਨ ਕੀ ਕਾਰਗਰ ਸਾਬਿਤ ਹੋ ਸਕਦਾ ਹੈ? 2 ਕਰੋੜ ਦਾ ਇਨਾਮ ਜਾਂ ਇਸ ਤੋਂ ਵੱਧ ਦਾ, ਇਸ ਤੋਂ ਘੱਟ ਦਾ, ਕਰੀਬ 1 ਕਰੋੜ 2 ਕਰੋੜ, ਕੀ ਇਹ ਇੱਕ ਫਾਰਮੂਲਾ ਹੋ ਸਕਦਾ ਹੈ ਇਹਨਾਂ ਅਜਿਹੇ ਐਲੀਮੈਂਟਸ ਨੂੰ ਕਾਬੂ ਕਰਨ ਦਾ? ਦੇਖੋ, ਸਭ ਤੋਂ ਪਹਿਲਾਂ ਇਹ ਜਿਹੜਾ 2 ਕਰੋੜ ਦਾ ਐਲਾਨ ਸਿੱਧੂ ਤੇ ਫਾਦਰ ਸਾਹਿਬ ਨੇ ਕੀਤਾ ਜੀ, ਉਹ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਉਹਨਾਂ ਦੇ ਦੁੱਖ, ਉਹਨਾਂ ਦੇ ਅੰਦਰ ਕਿੰਨਾ ਵਾ, ਕਿਸ ਲੈਵਲ ਤੱਕ ਉਹ, ਜਦੋਂ ਕਿਸੇ ਦਾ ਇਕਲੌਤੇ ਲੜਕੇ ਦੀ ਮੌਤ ਹੋ ਜਾਂਦੀ ਹੈ, ਉਹਦਾ ਜੋ ਦੁੱਖ ਹੈ, ਉਹਦੀ ਅੰਦਾਜ਼ਾ ਲਗਾ ਸਕਦੇ ਆ ਕਿ ਅੰਦਰੋਂ ਕਿਸ ਮਨ ਦੇ ਨਾਲ ਉਹਦੇ ਜੇ ਹਾਵ ਭਾਵ ਨੇ ਉਹ ਬਾਹਰ ਆ ਰਹੇ ਨੇ। ਬਿਲਕੁਲ। ਔਰ ਚੱਕਰ ਕੱਲਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਨਹੀਂ ਹੈ ਜੀ, ਜਿਹੜੇ ਗਰੀਬ ਹੋਰ ਵੀ ਕਤਲ ਹੋ ਰਹੇ ਹਨ, ਜਿਹੜੇ ਕਿ ਲਾਈਮਲਾਈਟ 'ਚ ਨਹੀਂ ਹੈਗੇ, ਜਿਨ੍ਹਾਂ ਦੇ ਮਾਤਾ ਪਿਤਾ ਗਰੀਬ ਨੇ, ਉਹਨਾਂ ਦੇ ਬਾਰੇ ਵਿਚਾਰ ਕਰਨਾ ਵੀ ਸਾਡਾ ਬਣਦਾ। ਅੱਜ ਦੇ ਇਸ ਜੋ ਸਾਡੀ ਚੱਲ ਰਹੀ ਹੈ ਸਰਕਾਰ ਦੇ ਵਿੱਚ ਜ਼ਰੂਰੀ ਸਾਨੂੰ ਸੋਚਣਾ ਚਾਹੀਦਾ ਕਿ ਅਗਰ 2 ਕਰੋੜ ਰੁਪਈਆ ਕੋਈ ਬੰਦਾ ਦੇ ਸਕਦਾ, ਉਹੀ ਹਿਫਾਜ਼ਤ ਦੀ ਆਸ ਕਿਉਂ ਰੱਖੇ, ਬਾਕੀ ਦੀ ਪਬਲਿਕ ਕਿਉਂ ਨਹੀਂ ਹੈ? ਬਿਲਕੁਲ, ਇਹ ਬੜਾ ਗੰਭੀਰ ਮਸਲਾ ਸਾਡੇ ਸੋਚਣ ਦਾ। ਬਿਲਕੁਲ। ਦੁੱਖ ਤਾਂ ਇੱਕ ਗਰੀਬ ਪਿਓ ਨੂੰ ਵੀ ਆਪਣੇ ਬੱਚੇ ਦੇ ਜਾਣ ਦਾ ਉਨਾ ਹੀ ਹੈ, ਪਰ ਜੋ ਸਾਡਾ ਪੋਲੀਟੀਕਲ ਸੈਟਅਪ ਸਿਸਟਮ ਬਣ ਚੁੱਕਿਆ, ਇਹਦੇ ਵਿੱਚ ਡੇ ਬਾਈ ਡੇ ਸਾਡੀ ਜਿਹੜੀ ਲੋਕਾਂ ਦੀ ਸਿਕਿਉਰਿਟੀ ਆ, ਜਾਂ ਲੋਕਾਂ ਦਾ ਇੰਡੀਆ ਦੇ ਵਿੱਚ ਜੇ ਰਹਿ ਲਏ ਵਸਨੀਕ ਨੇ, ਉਹਨਾਂ ਦੇ ਜੋ ਕੌਨਫੀਡੈਂਸ ਲੈਵਲ ਹੈ, ਉਹ ਡੇ ਬਾਈ ਡੇ ਨੀਚੇ ਹੀ ਜਾ ਰਿਹਾ। ਮਿਸਾਲ ਦੇ ਤੌਰ ਤੇ ਜੇ ਅਸੀਂ ਲਈਏ ਵੀ ਇਹ ਜਿਹੜੀ ਪ੍ਰੋਬਲਮ ਹੈ, ਇਹਨੂੰ ਜਨਮ ਦੇਣ ਵਾਲੇ ਕੌਣ ਆ? ਜਨਮ ਦੇਣ ਵਾਲਾ ਤਾਂ ਪੋਲੀਟੀਕਲ ਸਿਸਟਮ ਹੀ ਹੈ। ਮੇਰਾ ਖਿਆਲ ਆ ਕੋਈ ਵੀ ਅਫਸਰ, ਕੋਈ ਵੀ ਜੋ ਸਰਕਾਰੀ ਨੌਕਰੀ ਦੇ ਵਿੱਚ ਬੰਦਾ, ਉਹ ਇਸ ਤਰ੍ਹਾਂ ਦੀ ਕੋਈ ਵੀ ਸਮਾਜ ਦੇ ਵਿੱਚ ਗਲਤ ਚੀਜ਼ ਨੂੰ ਫੈਲਾਉਣ ਦੇ ਨੂੰ ਉਤਸ਼ਾਹਿਤ ਕਰਨ ਦੇ ਲਈ ਨਹੀਂ ਕੋਈ ਇੰਟਰਸਟਡ ਹੋਵੇਗਾ। ਪਰ ਸਾਡਾ ਪੋਲੀਟੀਕਲ ਸਿਸਟਮ ਹੀ, ਜਿਹੜੇ ਬੱਚੇ ਨੇ ਜਾਂ ਗੈਂਗਸਟਰ ਬਣਦੇ ਨੇ,
ਉਹਨਾਂ ਨੂੰ ਅਸੀਂ ਬੂਸਟ ਕਰਦੇ ਆ ਕਿ ਤੁਸੀਂ ਆਹ ਕਰੋ। ਦੂਸਰੀ ਪੋਲੀਟੀਕਲ ਪਾਰਟੀਆਂ ਨੂੰ ਡੋਮੀਨੇਟ ਕਰਨ ਦੇ ਵਾਸਤੇ ਅਸੀਂ ਉਹਨਾਂ ਨੂੰ ਯੂਜ਼ ਕਰਦੇ ਆ, ਜਿਹਦਾ ਔਰ ਅਸੀਂ ਇਸੇ ਰਿਜ਼ਲਟ ਭੁਗਤ ਰਹੇ। ਔਰ ਮੇਰਾ ਖਿਆਲ ਹੈ ਵੀ ਜੋ ਸੈਂਟਰ ਦੀਆਂ ਏਜੰਸੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਆ ਜਾਂ ਸਾਡਾ ਇੰਡੀਆ ਲੈਵਲ ਤੇ ਇਸ ਕਤਲ ਕੇਸ ਦੇ ਵਿੱਚ ਬਹੁਤ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ। ਬੜਾ ਹੀ ਜ਼ਿਆਦਾ ਸਟਰਗਲ ਹਜੇ ਵੀ ਚੱਲ ਰਿਹਾ, ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ। ਪਰ ਬੇਸਿਕ ਗੱਲ ਅਸੀਂ ਇਹ ਸਮਝਣ ਦੀ ਸਾਨੂੰ ਜ਼ਰੂਰਤ ਇਹ ਆ ਕਿ ਸਾਡੇ ਲੋਕ ਜੇ ਇੰਨੇ ਪੈਸੇ ਦੇ ਕੇ ਅਸੀਂ ਸਿਕਿਉਰਿਟੀ ਲੈਣੀ ਆ ਤਾਂ ਸਾਡਾ ਸਿਸਟਮ ਕਿੱਥੇ ਖੜਾ। ਜੋ ਦੁਖਦਾਈ ਗੱਲ ਆ ਅੱਜ ਦੀ ਜੋ ਗੱਲਬਾਤ ਆ ਉਹਦੇ ਚ ਇਹ ਨਿਕਲ ਕੇ ਆਉਂਦੀ ਆ ਕਿ ਅਗਰ ਸਾਡੇ ਮੁਲਕ ਦੇ ਵਿੱਚ ਜੋ ਗਰੀਬ ਲੈਵਲ ਦੇ ਉੱਤੇ ਲੋਕ ਰਹਿ ਰਹੇ ਹਨ ਕਿ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਫਿਰ ਅਸੀਂ ਇਸ ਤਰ੍ਹਾਂ ਐਲਾਨ ਕਰਕੇ ਅਸੀਂ ਉਹਨਾਂ ਨੂੰ ਮਹਿਫੂਜ਼ ਕਰਾਂਗੇ। ਬੜਾ ਸੀਰੀਅਸ ਬਿਲਕੁਲ ਸਰ, ਹਰ ਕਿਸੇ ਦੇ ਕੋਲ 2 ਕਰੋੜ ਤਾਂ ਨਹੀਂ ਆ, ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹੈ। ਪਰ ਮੈਂ ਦੁਬਾਰਾ ਉਹੀ ਗੱਲ ਪੁੱਛ ਰਿਹਾ ਕਿ ਇਹ ਇੰਪੈਕਟਫੁਲ ਹੁੰਦੀ ਹੈ ਗੱਲ ਜਾਂ ਨਹੀਂ? ਕਿ ਆਪਾਂ ਦੇਖਦੇ ਹਾਂ ਕਿ ਕਿਸੇ ਦੇ ਉੱਤੇ 5000 ਦਾ ਨਾਮ ਹੈ, ਕਿਸੇ ਦੇ ਉੱਪਰ 10 ਲੱਖ ਦਾ, 20 ਲੱਖ ਦਾ, 50 ਲੱਖ ਦਾ, ਇਸ ਤਰੀਕੇ ਦੇ ਨਾਲ ਇਨਾਮ ਹੁੰਦੇ ਨੇ ਐਲਾਨ। ਕਿ ਇਹ ਕੰਮ ਕਰਦਾ ਹੈ ਪੂਰਾ ਤਰੀਕਾ ਜਾਂ ਨਹੀਂ, ਇਹ ਫਾਰਮੂਲਾ ਕੰਮ ਕਰਦਾ ਜਾਂ ਨਹੀਂ? ਕਿ ਪੁਲਿਸ ਤੱਕ ਇਨਫੋਰਮੇਸ਼ਨ ਤੁਹਾਨੂੰ ਲੱਗਦਾ ਕਿ ਪਹੁੰਚ ਸਕਦੀ ਹੈ ਗੋਲਡੀ ਬਰਾੜ ਨੂੰ ਲੈ ਕੇ? ਸਾਡੇ ਕੰਟਰੀ ਦੇ ਵਿੱਚ ਬਿਲਕੁਲ ਫਾਰਮੂਲਾ ਕੰਮ ਕਰਦਾ ਜੀ, ਕਿਉਂਕਿ ਜਿਹੜੇ ਵੀ ਬੰਦਿਆਂ ਨੂੰ ਉਹਦੇ ਬਾਰੇ ਕੋਈ ਨਾ ਕੋਈ ਇਨਫੋਰਮੇਸ਼ਨ ਹੁੰਦੀ ਆ ਉਹ ਇਹੋ ਜਿਹੇ ਨਾਮ ਰਾਸ਼ੀਆਂ ਲਾ ਕੇ ਟੈਰਰਿਜ਼ਮ ਵੇਲੇ ਵੀ ਦੇਖਿਆ ਗਿਆ ਇਹ ਗੱਲ। ਲੋਕ ਇਸ ਗੱਲ ਨੂੰ ਇਨਾਮ ਨੂੰ ਲੈ ਕੇ ਜ਼ਰੂਰ ਉਹਨਾਂ ਨੂੰ ਇੰਟਰਸਟ ਹੁੰਦਾ ਕਿ ਅਸੀਂ ਉਹਦੀ ਇਨਫੋਰਮੇਸ਼ਨ ਦਈਏ, ਕਿਹੜੀ ਜਗ੍ਹਾ ਤੇ ਹੈ, ਕਿੱਥੇ ਨਹੀਂ ਹੈ। ਨੋ ਡਾਊਟ ਇਹਦੇ 'ਚ ਕੋਈ ਗੱਲ ਨਹੀਂ ਹੈ ਕਿ ਜਦੋਂ ਪਹਿਲਾਂ ਵੀ ਖੜਕੂਵਾਦ ਹੁੰਦਾ ਸੀ ਉਦੋਂ ਵੀ ਵੱਡੀਆਂ ਇਨਾਮ ਦੀਆਂ ਰਾਸ਼ੀਆਂ ਜਿਹੜੀਆਂ ਸੀ ਅਫਸਰਾਂ ਨੂੰ ਸੀ ਵੀ ਤੁਸੀਂ ਦੇ ਕੇ ਇਨਫੋਰਮੇਸ਼ਨ ਹਾਸਲ ਕਰੋ। ਉਹਦਾ ਹੀ ਇੱਕ ਪਾਰਟ ਹੈ। ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਮੂਸੇਵਾਲੇ ਦੇ ਕੇਸ ਦੇ ਵਿੱਚ ਅਨਾਉਂਸ ਕਰ ਦੇਣੀ ਚਾਹੀਦੀ ਹੈ, ਕੋਈ ਨਾ ਕੋਈ ਪੁਲਿਸ ਨੂੰ ਕਰਨੀ ਚਾਹੀਦੀ ਹੈ, ਕੋਈ ਵੱਡੀ ਰਾਸ਼ੀ ਦਾ ਕਰਨੀ ਚਾਹੀਦੀ ਹੈ ਜੀ? ਬਿਲਕੁਲ। ਅੱਗੇ ਦੇਖੋ ਹੁਣ ਮੇਰਾ ਖਿਆਲ ਆ ਵੀ ਇਹ ਹੁਣ ਸਟੇਟ ਗਵਰਨਮੈਂਟ ਦੇ ਨਾਲੋਂ ਸੈਂਟਰ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਜ਼ਿਆਦਾ ਬਣ ਜਾਂਦੀ ਹੈ ਕਿ ਉਹ ਕੋਈ ਵੀ ਟੈਕਟ ਵਰਤ ਕੇ ਜਾਂ ਕੋਈ ਵੀ ਜੋ ਵੀ ਉਹਨਾਂ ਨੂੰ ਯੋਗ ਲੱਗਦਾ ਤਰੀਕਾ ਤੇ ਸਾਨੂੰ ਅਰੈਸਟ ਤਾਂ ਉਹਨਾਂ ਦੀ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਤਾਂ ਬਿਲਡ ਹੋਵੇ ਨਾ। ਠੀਕ ਹੈ, ਸਰਕਾਰਾਂ 'ਚ ਵਿਸ਼ਵਾਸ ਬਣੇ ਲੋਕਾਂ ਦਾ। ਠੀਕ ਹੈ ਸਰ, ਮੈਂ ਤੁਹਾਨੂੰ ਵਾਪਸ ਆਣਾ, ਮੈਂ ਚੰਨੀ ਦਾ ਇੱਕ ਰਿਐਕਸ਼ਨ ਲੈ ਲਵਾਂ। ਤੁਸੀਂ ਜ਼ਿਕਰ ਕੀਤਾ ਕਿ ਸੈਂਟਰ ਸਰਕਾਰ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਚੰਨੀ ਜੀ ਦੇਖੋ, ਹੋ ਸਕਦਾ ਕਿ ਸੈਂਟਰ ਦੀ ਸਰਕਾਰ ਦੇ ਸਾਹਮਣੇ ਬਹੁਤ ਸਾਰੇ ਕੇਸਿਸ ਹੋਣ, ਦੇਸ਼ ਭਰ ਦੇ ਵਿੱਚ ਵੱਖ-ਵੱਖ ਘਟਨਾਵਾਂ ਵਾਪਰੀਆਂ, ਉਹਨਾਂ ਨੂੰ ਘਟਨਾ ਨੂੰ ਅੰਜਾਮ ਦੇ ਕੇ ਭੱਜੇ ਹੋਣ ਜਿਹੜੇ ਵਿਦੇਸ਼। ਪਰ ਮੂਸੇਵਾਲਾ ਦਾ ਮਾਮਲਾ ਅਜਿਹਾ ਹੈ ਜਿਸਨੇ ਪੂਰੇ ਦੇਸ਼ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਮੈਸੇਜ ਭੇਜਿਆ ਜਾਂ ਫਿਰ ਮੈਂ ਕਹਾਂ ਕਿ ਹਿਲਾ ਕੇ ਰੱਖਿਆ ਪੂਰੇ ਦੇਸ਼ ਨੂੰ। ਤੁਹਾਨੂੰ ਲੱਗਦਾ ਕਿ ਸੋਚਣਾ ਚਾਹੀਦਾ ਸੈਂਟਰ ਦੀ ਸਰਕਾਰ ਨੂੰ, ਏਜੰਸੀਆਂ ਨੂੰ? ਮੈਂ ਦੁਬਾਰਾ ਉਹੀ ਜ਼ਿਕਰ ਕਰ ਰਿਹਾ ਕਿ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਨਾ ਆਵੇ ਕਿ ਇੱਕ ਰੈੱਡ ਕਾਰਨਰ ਨੋਟਿਸ ਵਾਲਾ ਇੱਕ ਖਾਨਾ ਪੂਰਤੀ ਹੋ ਗਈ। ਨਹੀਂ ਗੌਰਵ, ਜਿਹੜਾ ਖਾਨਾ ਪੂਰਤੀ ਵਾਲੀ ਬਿਲਕੁਲ ਕੋਈ ਗੱਲ ਨਹੀਂ ਹੈਗੀ। ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਉਹਨਾਂ ਦੀ ਇੱਕ ਬਹੁਤ ਕਲੀਅਰ ਪਾਲਿਸੀ ਹੈ, ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਐਂਡ ਜ਼ੀਰੋ ਟੋਲਰੈਂਸ ਫਾਰ ਟੈਰਰਿਜ਼ਮ। ਜੀ, ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਟੈਰਰ ਜਿਹੜਾ ਜੇ ਕੋਈ ਰੇਡ ਕਰਦਾ ਹੈ, ਕੋਈ ਜਾਂ ਇਦਾਂ ਦਾ ਆਪਣੇ ਸਾਰੇ ਵਿਘਨ ਪਾਉਂਦਾ ਹੈਗਾ, ਤਾਂ ਉਹਦੇ ਵਾਸਤੇ ਉਹਨਾਂ ਦੀ ਹੋਰ ਕੋਈ ਪ੍ਰਾਇਰਟੀ ਨਹੀਂ ਹੈਗੀ। ਉਹ ਕਿਸੇ ਵੀ ਹੱਦ ਤੱਕ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਤਾਂ ਚਾਹੇ ਜਿਹੜੇ ਸਾਡੇ ਆਪਣੇ ਗੁਆਂਢੀ ਸਾਡੇ ਦੁਸ਼ਮਣ ਮੁਲਕ ਨੇ ਉਹਨਾਂ ਨੂੰ ਵੀ ਨਹੀਂ ਸਪੇਅਰ ਕਰਦੀ। ਇਹਦੇ ਵਾਸਤੇ ਵੀ ਜਿਹੜੀ ਇਹ ਲੋੜੀਂਦੀ ਕਾਰਵਾਈ ਹੋ ਕੇ ਤੁਸੀਂ ਦੇਖੋਗੇ, ਸ਼ਾਇਦ ਮੈਨੂੰ ਲੱਗਦਾ ਹੈ ਵੀ ਥੋੜੇ ਸਮੇਂ ਦੇ ਵਿੱਚ ਇਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ। ਜਿਹੜੀ ਦੇਖੋ ਅੱਜ ਤੱਕ 70,000 ਦੇ ਕਰੀਬ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਹੋ ਚੁੱਕੇ ਨੇ ਔਰ 11,000 ਪਿਛਲੇ ਸਾਲ ਦੇ ਵਿੱਚ ਹੀ ਹੋਏ ਨੇ। ਤੇ ਰੈੱਡ ਕਾਰਨਰ ਦੇ ਨਾਲ ਬਲੈਕ ਕਾਰਨਰ ਵੀ ਹੁੰਦਾ ਹੈ, ਗ੍ਰੀਨ ਵੀ ਹੁੰਦਾ ਹੈ, ਪਰਪਲ ਵੀ ਹੁੰਦਾ ਹੈ, ਬਲੂ ਵੀ ਹੁੰਦਾ ਹੈ, ਔਰੇਂਜ ਵੀ ਹੁੰਦਾ ਹੈ। ਵੱਖਰੀਆਂ ਸ਼੍ਰੇਣੀਆਂ ਦੇ ਵਿੱਚ ਇਹ ਜਿਹੜੇ ਨੋਟਿਸ ਨੇ ਇੰਟਰਪੋਲ ਵੱਲੋਂ ਉਹ ਹੁੰਦੇ ਨੇ। ਚਲੋ ਆਪਾਂ ਉਸ ਗੱਲ 'ਚ ਨਹੀਂ ਜਾਂਦੇ। ਗੱਲ ਇਹ ਹੈਗੀ, ਮੈਂ ਕਹਿਣਾ ਚਾਹੁੰਦਾ, ਦੇਖੋ ਜਿਹੜੀਆਂ ਸਟੇਟਾਂ ਨੇ, ਹੁਣ ਯੂਪੀ ਵਰਗੀ ਸਟੇਟ ਐਡੀ ਬਦਨਾਮ ਸੀ ਕਿ ਜੀ ਉੱਥੇ ਤਾਂ ਮਤਲਬ ਜਿਹੜਾ ਆਪਣੇ ਇੱਥੇ ਚੱਲ ਰਿਹਾ ਗੈਂਗਵਾਦ ਤੇ ਗੈਂਗ ਕਲਚਰ ਤੇ ਚਾਹੇ ਉਹ ਜੇਲ੍ਹਾਂ ਹੈਗੀਆਂ, ਸਭ ਤੋਂ ਜੇਲ੍ਹਾਂ ਨਹੀਂ ਸੰਭਾਲੀਆਂ ਗਈਆਂ ਅਜੇ ਤੱਕ। ਤੇ ਜਿਹੜੇ ਬੰਦੇ ਸਾਡੀ ਕਸਟਡੀ 'ਚ ਉਹ ਨਹੀਂ ਸੰਭਾਲੇ ਗਏ, ਅਸੀਂ ਤਾਂ ਉਹਨਾਂ ਨੂੰ ਜਿਵੇਂ ਦੱਸਿਆ, ਪ੍ਰੋਫੈਸਰ ਸਾਹਿਬ ਦੱਸ ਰਹੇ ਸੀ ਵੀ ਰਸਤੇ ਜਾ ਕੇ ਫਿਰ ਛੱਡ ਹੀ ਆਉਂਦੇ ਅੱਗੇ ਤੱਕ ਵੀ ਕਿਤੇ ਕੋਈ ਰਸਤੇ 'ਚ ਨਾ ਫੜ ਲੇ। ਸਾਡੀ ਤਾਂ ਇੰਨੀ ਪੈਟਰੇਜ ਹੈਗੀ ਹੈ, ਮਤਲਬ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ, ਕੀ ਸੋਚ ਰਹੀ ਹੈ ਕਿ ਅਸੀਂ ਉਹ ਦੀਪਕ ਟੀਨੂ ਵਰਗੇ ਬੰਦੇ ਛੱਡਦੇ ਤੇ ਜਿਹੜੀ ਸਾਡੀ ਪੁਲਿਸ ਦੇ ਬੰਦੇ, ਹੁਣ 16 ਬੰਦੇ ਦਾ ਸੂਰੀ ਬੈਠ ਦਾ ਬੰਦਾ ਚੰਗਾ ਸੀ, ਮਾੜਾ ਸੀ, ਉਹਦੀ ਹਾਜ਼ਰੀ ਦੇ ਵਿੱਚ ਉਹ SHO ਉੱਤੇ ਖੜਾ, ACP ਉੱਤੇ ਖੜਾ, ਉਹਨੂੰ ਗੋਲੀਆਂ ਮਾਰ ਕੇ, ਜਿਹੜਾ ਸੰਦੀਪ ਹੈ ਕੋਟਪੂਰੇ ਦਾ ਉਹਨੂੰ ਗੋਲੀਆਂ ਮਾਰ ਕੇ। ਜੇ ਮਤਲਬ ਅਸੀਂ ਆਪਣੇ ਆਪ ਨੂੰ ਇੰਨਾ ਅਸੀਂ ਥੱਲੇ ਲਾ ਲਿਆ ਤੇ ਜਿਹੜਾ ਗੈਂਗਸਟਰਸ ਹੈਗੇ ਨੇ ਉਹਨਾਂ ਦੀ ਚਾਂਦੀ 'ਚ
ਇੱਥੇ ਚੱਲ ਰਹੀ ਹੈ। ਕਿਉਂਕਿ ਮੈਂ ਤੁਹਾਨੂੰ ਦੱਸਦਾ, ਪਿੱਛੇ ਵੀ ਆਪਾਂ ਕੀਤੀ ਸੀ ਗੱਲ, ਲੋਕ ਨਹੀਂ ਦੱਸਦੇ, ਡਰਦੇ। ਉਹ ਜਿਹਨੂੰ ਥ੍ਰੈਟ ਆਉਂਦੀ ਹੈ ਉਹ ਜਾ ਕੇ ਪੈਸੇ ਚੁੱਪ ਕਰਕੇ ਦੇ ਆਉਂਦਾ, ਕਿਉਂਕਿ ਉਹਨੂੰ ਆਪਣੀ ਲਾਈਫ ਲਿਬਰਟੀ, ਬੱਚਿਆਂ ਦਾ ਬਹੁਤ ਫਿਕਰ ਹੁੰਦਾ, ਬਿਜ਼ਨਸ ਦਾ ਫਿਕਰ ਹੁੰਦਾ। ਉਹ ਸਾਰੇ ਲੋਕ ਨਹੀਂ ਆਉਂਦੇ। ਤੇ ਜੇ ਅਸੀਂ ਇਹ ਮਾਹੌਲ ਚੇਂਜ ਨਹੀਂ ਕੀਤਾ ਤੇ ਅਸੀਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਾਵਾਂਗੇ। ਇਹ ਇੱਕ ਸੈਕਿੰਡ ਮੈਂ ਦੱਸਣਾ ਚਾਹਨਾ ਕਿ ਯੋਗੀ ਸਾਹਿਬ ਨੇ ਜਿਹੜਾ ਉੱਥੇ ਆਪਣੇ ਯੂਪੀ ਦੇ ਵਿੱਚ ਜਿਹੜਾ ਉਹਨਾਂ ਨੇ ਕੰਟਰੋਲ, ਦੇਖੋ ਮਾੜੇ ਆਨਸਰ ਹਮੇਸ਼ਾ ਰਹਿੰਦੇ ਆ ਸੋਸਾਇਟੀ, ਪਰ ਉਹ ਮਾੜਾ ਆਨਸਰ ਉਦੋਂ ਸਿਰ ਚੁੱਕਦਾ ਹੈ ਜਦੋਂ ਉਹਨੂੰ ਉਹ ਜਿਹਾ এনवायरमेंट ਮਿਲਦਾ ਹੈ ਵੀ ਹੁਣ ਮੇਰਾ ਦਾ ਲੱਗ ਸਕਦਾ ਤੇ ਮੈਂ ਇਹ ਕੰਮ ਕਰ ਸਕਦਾ। ਤੇ ਜੇ ਉਹਨੂੰ ਇਹ ਲੱਗੇ ਵੀ ਮੇਰਾ ਤਾਂ ਨਾਲ ਦੀ ਨਾਲ ਹੀ ਭੁਗਤਾਨ ਹੋ ਜਾਣਾ ਤੇ ਮੈਂ ਇੱਥੇ ਮੇਰਾ ਵਾਜਬ ਨਹੀਂ ਹੈਗਾ ਤੇ ਮੇਰਾ ਉਹਦੇ ਚ ਮੈਨੂੰ ਕੋਈ ਮਤਲਬ ਨੁਕਸਾਨ ਨਹੀਂ ਹੋਣਾ, ਫਾਇਦਾ ਨਹੀਂ ਹੋ ਸਕਦਾ, ਉਹ ਬੰਦੇ ਫਿਰ ਉਦੋਂ ਉੱਥੋਂ ਟਾਲਾ ਮਾਰਦੇ ਨੇ। ਉਹ ਫਿਰ ਕਿਤੇ ਹੋਰ ਆਪਰੇਟ ਕਰਦੇ ਨੇ। ਜਿਹੜੇ ਘਰ 'ਚ ਸੁਰੱਖਿਆ ਹੁੰਦੀ ਹੈ ਉਹ ਬੰਦਾ ਫਿਰ ਚੋਰ ਦੂਸਰੇ ਘਰ 'ਚ ਜਾਂਦਾ। ਸੋ ਮੈਂ ਇਹ ਤਕੀਦ ਕਰਨਾ ਚਾਹੁੰਦਾ, ਕਾਂਗ ਸਾਹਿਬ ਬੜੇ ਸੀਨੀਅਰ ਸਾਡੇ ਲੀਡਰ ਬੈਠੇ ਹੈਗੇ ਨੇ, ਇਹ ਜ਼ਰੂਰ ਸਰਕਾਰ ਵੱਲੋਂ ਅਜਿਹਾ ਡਰ ਹੋਵੇ ਲੋਕਾਂ ਨੂੰ। ਤੇ ਜਿਹੜਾ ਹੁਣ ਤੁਸੀਂ ਦੇਖੋ ਗੱਲਾਂ ਤੇ ਬਹੁਤ ਕਰਦੇ ਨੇ ਕਿ ਜੀ ਬੇਅਦਬੀ 24 ਘੰਟਿਆਂ 'ਚ, ਨਸ਼ਾ 4 ਹਫ਼ਤਿਆਂ 'ਚ। ਨਹੀਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਯੂਪੀ ਵਾਲਾ ਫਾਰਮੂਲਾ ਪੰਜਾਬ ਸਰਕਾਰ ਸੋਚੇ ਤੇ ਲਾਗੂ ਕਰੇ, ਸਖਤੀ ਕਰੇ। ਮੈਂ ਨਹੀਂ ਕਹਿੰਦਾ ਕਿ ਤੁਸੀਂ ਉਦਾਂ ਦੀ ਗੱਲ ਤੁਸੀਂ, ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਅੱਜ ਆਪਾਂ ਜਿਹੜੀ ਚਰਚਾ ਕਰ ਰਹੇ ਹਾਂ ਬੇਸਿਕਲੀ ਇਹ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਸ ਨੇ, ਪਰ ਤੁਹਾਨੂੰ ਲੱਗਦਾ ਕਿ ਧੌਣ ਨੱਪਣ ਦਾ ਤਰੀਕਾ ਇੱਕ ਇਹ ਵੀ ਹੈ ਕਿ ਸਖਤੀ ਪੰਜਾਬ 'ਚ ਕਰ ਦਵੋ ਤੇ ਫਿਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਆਪ ਕਾਬੂ ਦੇ ਵਿੱਚ ਆ ਜਾਣਗੇ? ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਵੀ ਬੰਦਾ ਇੱਥੇ ਕੋਈ ਆਪਰੇਟ ਕਰੇ ਉਹਨੂੰ ਸਰਕਾਰ ਦਾ ਡਰ ਹੋਵੇ, ਉਹਨੂੰ ਪੁਲਿਸ ਦਾ ਡਰ ਹੋਵੇ, ਉਹਨੂੰ ਕਾਨੂੰਨ ਦਾ ਡਰ ਹੋਵੇ। ਠੀਕ ਹੈ, ਮੈਂ ਕੰਗ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਕੰਗ ਸਾਹਿਬ ਦੇਖੋ, ਘੁੰਮ ਫਿਰ ਕੇ ਗੱਲ ਆ ਗਈ ਸਰਕਾਰ ਦੇ ਉੱਤੇ, ਸੂਬਾ ਸਰਕਾਰ ਤੇ, ਕਿ ਜੇਕਰ ਗੈਂਗਸਟਰਵਾਦ ਦਾ ਜ਼ਿਕਰ ਹੋ ਰਿਹਾ ਤਾਂ ਫਿਰ ਪੈੜ ਤਾਂ ਤੁਸੀਂ ਉਹ ਨੱਪਣੀਆਂ। ਬੀਜੇਪੀ ਵਾਲੇ ਵੀ ਕਹਿ ਰਹੇ ਨੇ, ਬਾਕੀ ਗੈਸਟ ਵੀ ਕਹਿ ਰਹੇ ਨੇ ਕਿ ਸਰਕਾਰ ਦੇ ਉੱਪਰ ਤਾਂ ਸਭ ਦੀ ਨਜ਼ਰ ਰਹੇਗੀ ਉਹ ਰਹੇਗੀ। ਗੌਰਵ ਜੀ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ, ਜਿੰਨੇ ਵੀ ਆਰਗੇਨਾਈਜ਼ਡ ਕ੍ਰਾਈਮ ਦੀਆਂ ਵਾਰਦਾਤਾਂ ਪੰਜਾਬ 'ਚ ਹੋਈਆਂ ਆ, ਉਹਨਾਂ 'ਚੋਂ 90% ਤੋਂ ਵੱਧ ਕ੍ਰਿਮੀਨਲ ਹਰਿਆਣਾ, ਯੂਪੀ, ਉੱਤਰਾਖੰਡ ਤੇ ਰਾਜਸਥਾਨ ਦੇ ਆ। ਇੱਕ ਗੱਲ ਸਪਸ਼ਟ ਕਰ ਲਓ, ਜਿਹੜੇ ਕਹਿੰਦੇ ਨਾ ਯੋਗੀ ਮਾਡਲ, ਅੱਜ ਦੇਸ਼ 'ਚ ਸਭ ਤੋਂ ਵੱਧ ਕ੍ਰਾਈਮ ਰੇਟ ਉੱਤਰ ਪ੍ਰਦੇਸ਼ ਦਾ ਹੈ। ਕਿਹੜੇ ਯੋਗੀ ਮਾਡਲ ਦੀਆਂ ਗੱਲਾਂ ਕਰਦੇ ਹੋ? ਹਰਿਆਣਾ ਤੇ ਇੱਕ ਨਰਸਰੀ ਦੇ ਤੌਰ ਤੇ ਉੱਭਰ ਕੇ ਆ ਰਿਹਾ ਜਿਹੜਾ ਇਹ ਗੈਂਗਵਾਰ ਹੈ, ਗੈਂਗਸਟਰ ਹੈ। ਔਰ ਪੰਜਾਬ 'ਚ ਵੀ ਜਿੰਨੀਆਂ ਵਾਰਦਾਤਾਂ ਹੋਈਆਂ ਸਭ ਤੋਂ ਵੱਧ ਗੈਂਗਸਟਰ ਉਹ 'ਚ ਹਰਿਆਣੇ ਦੇ ਆਏ ਆ ਔਰ ਟੀਨੇਜਰ ਆਏ ਆ। ਜਿਹੜਾ ਫਰੀਦਕੋਟ ਘਟਨਾ ਹੋਈ ਲਾਸਟ 'ਚ, ਇਸ ਕਰਕੇ ਇੱਕ ਦੋਸ਼, ਮੈਂ ਉਸ ਦੋਸ਼ ਵਾਲੇ ਪਾਸੇ ਜਾਣਾ ਨਹੀਂ ਚਾਹੁੰਦਾ ਸੀ। ਜੇ ਫੈਕਚੁਅਲ ਗੱਲ ਕਰੂੰਗੇ, ਫੈਕਚੁਅਲ ਗੱਲ ਇਹ ਆ ਕਿ ਨਾਰਥ ਇੰਡੀਆ 'ਚ ਸਭ ਤੋਂ ਵੱਧ ਗੈਂਗਸਟਰ ਪੈਦਾ ਹੋ ਰਹੇ ਹਰਿਆਣੇ 'ਚ ਨੰਬਰ 1 ਜਿੱਥੇ ਬੀਜੇਪੀ ਸਰਕਾਰ ਹੈ, 2 ਨੰਬਰ ਤੇ ਯੂਪੀ ਜਿੱਥੇ ਭਾਜਪਾ ਸਰਕਾਰ ਹੈ, 3 ਨੰਬਰ ਤੇ ਰਾਜਸਥਾਨ ਜਿੱਥੇ ਕਾਂਗਰਸ ਸਰਕਾਰ ਹੈ। ਇਸ ਕਰਕੇ ਇਹ ਗੱਲਾਂ 'ਚ ਨਾ ਪਾਓ। ਹਾਂ, ਇਹ ਗੱਲ ਠੀਕ ਹੈ, ਅਸੀਂ ਸਾਰਿਆਂ ਨੇ ਮਿਲ ਕੇ ਲੜਾਈ ਲੜਨੀ ਆ। ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਮਸਲੇ 'ਚ ਸੈਂਟਰ ਔਰ ਸਟੇਟ ਸਰਕਾਰ ਕੋਆਪਰੇਟ ਕਰਕੇ ਚੱਲ ਰਿਹਾ। ਮੈਂ ਤਾਂ ਕੋਈ ਐਲੀਗੇਸ਼ਨ ਲਾਇਆ ਨਹੀਂ ਸੀ, ਲੇਕਿਨ ਜੇ ਫੈਕਚੁਅਲ ਗੱਲਾਂ ਕਰੋਗੇ, ਜੇ ਸੱਚਾਈ ਦੱਸਣੀ ਹੈ ਕ੍ਰਾਈਮ ਦੀ, ਫਿਰ ਯੂਪੀ 'ਚ ਹਰ ਘੰਟੇ 11 ਰੇਪ ਹੁੰਦੇ ਆ। ਦਲਿਤਾਂ ਨਾਲ ਸਭ ਤੋਂ ਵੱਧ ਅਤਿਆਚਾਰ ਯੂਪੀ 'ਚ ਹੁੰਦੇ ਆ, ਸਭ ਤੋਂ ਵੱਧ ਮਰਡਰ ਯੂਪੀ 'ਚ ਹੁੰਦੇ। ਐਨਸੀਆਰਬੀ ਦੀ ਰਿਪੋਰਟ ਹੈ, ਇਹ ਕੋਈ ਮੇਰੀ ਰਿਪੋਰਟ ਨਹੀਂ ਜੀ ਘਰ ਦੀ। ਇਸ ਕਰਕੇ ਮੈਨੂੰ ਲੱਗਦਾ ਹੈ ਇਹੋ ਜਿਹੇ ਸੰਜੀਦਾ ਮਸਲਿਆਂ ਤੇ ਰਾਜਨੀਤੀ, ਕਿਉਂਕਿ ਪੰਜਾਬ 'ਚ ਜਿਸ ਤਰੀਕੇ ਨਾਲ ਕ੍ਰਾਈਮ ਦੀਆਂ ਵਾਰਦਾਤਾਂ ਹੋਈਆਂ ਉਹਦੇ 'ਚ 90% ਤੋਂ ਵੱਧ ਕ੍ਰਿਮੀਨਲ ਬੀਜੇਪੀ ਰੂਲਡ ਸਟੇਟਾਂ ਤੇ ਆ ਕੇ ਕਰਕੇ ਗਏ ਆ। ਇਸ ਕਰਕੇ ਝਾਤੀ ਆਪਣੇ ਅੰਦਰ ਕਾਂਜੀ ਔਰ ਚੰਨੀ ਜੀ, ਦੇਖੋ ਆਪਾਂ ਡੀਰੇਲ ਨਾ ਹੋ ਜਾਈਏ, ਇਹ ਮਸਲਾ ਪੰਜਾਬ ਦਾ ਬਹੁਤ ਇੰਪੋਰਟੈਂਟ ਹੈ। ਮੈਂ ਫਿਰ ਵੀ ਚੰਨੀ ਤੁਹਾਡਾ ਇੱਕ ਰਿਐਕਸ਼ਨ ਜ਼ਰੂਰੀ ਹੈ। ਜਿਹੜੇ ਤੁਸੀਂ ਦਾ ਜ਼ਿਕਰ ਕਰ ਰਹੇ ਹੋ ਉਸ ਨੂੰ ਬਿਲਕੁਲ ਨਕਾਰ ਰਹੇ ਨੇ ਸਿਰੇ ਤੋਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੇਖੋ, ਇਹ ਯੂਪੀ ਦੇ ਨਾਲ ਮੁਕਾਬਲਾ ਕਰ ਰਹੇ, ਮੈਂ ਉਸ ਗੱਲ 'ਚ ਪੈਣਾ ਨਹੀਂ ਚਾਹੁੰਦਾ, ਚਲੋ ਪੈ ਗਏ ਨੇ। ਸਾਡੀ ਜਿਹੜੀ ਆਬਾਦੀ ਹੈ ਯੂਪੀ ਤੋਂ ਸ਼ਾਇਦ 1/10 ਹੈ ਪੰਜਾਬ ਦੀ ਜਿਹੜੀ ਆਬਾਦੀ ਜੀ, ਤੇ ਅਸੀਂ ਕਹਿੰਦੇ ਆ ਵੀ ਉੱਥੇ 100 ਕਤਲ ਹੋਇਆ ਤੇ ਸਾਡੇ ਵੀ 100। ਉਹ ਭਾਈ ਜੇ ਉੱਥੇ 100 ਹੋਇਆ ਤੇ ਤੁਹਾਡੇ ਤਾਂ 10 ਹੋਣੇ ਚਾਹੀਦੇ ਨੇ। ਨਹੀਂ ਪਰ ਅਸੀਂ ਲੈਟ ਮੀ ਫਿਰ ਸਾਨੂੰ ਮਤਲਬ ਨੰਬਰ ਨਾਲ ਨਹੀਂ ਚੱਲਣਾ ਚਾਹੀਦਾ, ਉਹਦੀ ਪ੍ਰਪੋਰਸ਼ਨੇਟ ਕੀ ਹੈਗੀ ਹੈ ਉਹਦੇ ਨਾਲ ਚੱਲਣਾ ਚਾਹੀਦਾ। ਤੇ ਇੱਕ ਜਿਹੜੇ ਆਰਡਨਰੀ ਕ੍ਰਾਈਮ ਹੈਗੇ ਨੇ ਉਹਨਾਂ ਨਾਲ ਨਹੀਂ ਚੱਲਣਾ ਚਾਹੀਦਾ। ਸਾਨੂੰ ਜਿਹੜੀ ਦਹਿਸ਼ਤਵਾਦ ਦਹਿਸ਼ਤਵਾਦ ਜਿਹੜੇ ਫਲਾਉਂਦੇ ਨੇ, ਹੁਣ ਤੁਸੀਂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਦਾ ਦਰਦ ਦੇਖੋ। ਉਹ ਕਹਿੰਦਾ ਮੇਰਾ ਤਾਂ ਚਲਾ ਗਿਆ, ਪਰ ਮੈਂ ਇਹ ਚਾਹੁੰਦਾ ਕਿ ਥੋੜੇ ਨਾ ਜਾਣ। ਤੁਸੀਂ ਦੇਖੋ ਕਿੰਨਾ ਉਹਨਾਂ ਦਾ ਦਰਦ ਹੈ ਤੇ ਕਿੰਨਾ ਉਹਨਾਂ ਦਾ ਉਹਦੇ ਨਾਲ ਸੰਬੰਧ ਹੈ ਲੋਕਾਂ ਦੇ ਨਾਲ ਕਿ ਥੋੜਿਆਂ ਦੀ ਰਾਖੀ ਕਰਨੀ ਹੈ ਮੈਂ,
ਮੇਰੇ ਆਪਦੇ ਤਾਂ ਚਲਾ ਗਿਆ, ਉਹ ਤਾਂ ਵਾਪਸ ਨਹੀਂ ਆਣ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਮਾੜਾ ਐਲੀਮੈਂਟ ਹਰ ਵੇਲੇ ਹਰ ਯੁੱਗ ਦੇ ਵਿੱਚ ਸੋਸਾਇਟੀ 'ਚ ਰਿਹਾ, ਪਰ ਉਹ ਜਿਹੜੇ ਹਰਿਆਣੇ ਵਾਲੇ ਇੱਥੇ ਆ ਕੇ, ਯੂਪੀ ਵਾਲੇ ਇੱਥੇ ਆ ਕੇ ਉੱਥੇ ਜੇ ਕ੍ਰਾਈਮ ਕਰਦੇ, ਦਾ ਮਤਲਬ ਇੱਥੋਂ ਦੀ ਸਰਕਾਰ ਨਲਾਇਕ ਹੈ ਤਾਂ ਕ੍ਰਾਈਮ ਹੋ ਰਿਹਾ। ਨਹੀਂ ਤਾਂ ਯੂਪੀ 'ਚ ਕਰ ਲੈਣ, ਹਰਿਆਣੇ 'ਚ ਕਰ ਲੈਣ। ਚਲੋ ਜਵਾਬ ਲੈ ਲਈਏ, ਮੈਂ ਉਹ ਕਿਤੇ ਹੋਰ ਕਰ ਲੈਣ। ਮੈਂ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਹਾਂ, ਗਰੇਵਾਲ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਹਾਂ, ਪਰ ਕੰਗ ਜੀ ਤੁਹਾਡਾ ਰਿਐਕਸ਼ਨ ਜ਼ਰੂਰੀ। ਗੌਰਵ ਜੀ, ਤੁਸੀਂ ਕੀਤੀ ਸੀ ਯੋਗੀ ਮਾਡਲ ਦੀ ਗੱਲ, ਮੈਂ ਤਾਂ ਆਇਆ। ਦੂਜੀ ਗੱਲ, ਜਿਹੜਾ ਦੇਖੋ ਮੂਸੇਵਾਲਾ ਸਾਹਿਬ ਦਾ ਜਿਹੜਾ ਦੁਖਦ ਕਤਲ ਹੋਇਆ, ਤੇ ਮੈਕਸਿਮਮ ਉਹਦੇ ਜਿਹੜੇ ਅਕਿਊਜ਼ ਸੀ ਫੜੇ ਗਏ, ਇਨਕਾਊਂਟਰ ਵੀ ਕੀਤੇ ਗਏ, ਜਿਹੜੇ ਆਊਟ ਆਫ ਕੰਟਰੀ ਉਹਦੇ ਪਿੱਛੇ ਲੱਗੀ ਹੋਈ ਆ। ਯੂਪੀ 'ਚ ਬੀਜੇਪੀ ਐਮਐਲਏ ਨੇ ਦਲਿਤਾਂ ਦੀ ਬੱਚੀ ਦਾ ਬਲਾਤਕਾਰ ਕਰਕੇ ਸਾਰਤੀ ਸੀ, ਘਰਦਿਆਂ ਨੂੰ ਲਾਸ਼ ਨਹੀਂ ਦਿੱਤੀ ਸੀ। ਇਹ ਕਿਹੜੀਆਂ ਗੱਲਾਂ ਕਰਦੇ? ਪੰਜਾਬ ਨੂੰ ਤੁਸੀਂ ਕਿੱਥੇ ਕੰਪੇਅਰ ਕਰੀ ਜਾਂਦੇ ਹੋ? ਤੁਸੀਂ ਹੁਣ ਕਹਿੰਦੇ ਹੋ ਪੰਜਾਬ ਨੂੰ ਯੂਪੀ ਨਾਲ ਕੰਪੇਅਰ ਕਰੀ ਜਾਂਦੇ ਹੋ। ਇਹ ਪੰਜਾਬ ਦੇ ਨੌਜਵਾਨ ਇਸ ਹੱਦ ਤੱਕ ਨਹੀਂ ਗਏ, ਇਹ ਤੇ ਸਾਡੀਆਂ ਪੁਰਾਣੀਆਂ ਸਰਕਾਰਾਂ ਦੀਆਂ ਪੈਟਰੋਨੇਜ ਦਿੱਤਾ। ਦੇਖੋ, ਜੇ ਹਰਿਆਣੇ ਵਾਲੇ ਆ ਕੇ ਪੰਜਾਬ ਦੇ ਵਿੱਚ ਕ੍ਰਾਈਮ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਜਾਂ ਪੁਲਿਸ ਦੇਖੇ ਨਾ ਇਸ ਨੂੰ। ਮਾਨ ਸਾਹਿਬ ਦੀ ਸਰਕਾਰ ਨੇ ਕਿਸੇ ਨੂੰ ਪੁਸ਼ਤ ਬਣਾਈ ਨਹੀਂ ਦੇਣੀ, ਕਿਸੇ ਕ੍ਰਿਮੀਨਲ ਨੂੰ। ਕੋਈ ਇੱਕ ਵੀ ਦੱਸ ਦਿਓ ਅਸੀਂ ਕਿਸੇ ਗੈਂਗਸਟਰ ਨੂੰ ਜਾਂ ਆਰਗੇਨਾਈਜ਼ਡ ਕ੍ਰਾਈਮ ਨਾਲ ਜੁੜੇ ਕ੍ਰਿਮੀਨਲ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਪੁਸ਼ਤ ਬਣਾਈ ਦਿੱਤੀ ਹੋਵੇ। ਇਹ ਤੇ ਪੁਰਾਣੇ ਕੰਡੇ ਅਸੀਂ ਚੁਗ ਰਹੇ ਹਾਂ। ਇੱਕ ਸੈਕਿੰਡ ਮੇਰਾ ਜੀ ਚੰਨੀ ਜੀ। ਹਾਂ, ਮੈਨੂੰ ਇਹ ਦੱਸ ਦੇਣ ਕਿ ਸਿੱਧੂ ਮੂਸੇਵਾਲ ਦੀ ਸਿਕਿਉਰਿਟੀ ਕਿਹਨੇ ਘੱਟ ਕੀਤੀ ਸੀ, ਤੇ ਇਸ਼ਤਿਹਾਰ ਇੱਕ ਪੇਜ ਦੀ ਜਿਹੜੀ ਗਵਰਨਮੈਂਟ ਦੇ ਖਜ਼ਾਨੇ ਚੋਂ ਲੋਕਾਂ ਦੇ ਪੈਸੇ ਨਾਲ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਗਈ ਕਿ ਜੀ ਅਸੀਂ 424 ਬੰਦਿਆਂ ਦੀ ਸਿਕਿਉਰਿਟੀ ਘਟਾਤੀ ਹੈ, ਤੇ ਜਿਸ ਕਰਕੇ ਉਹ ਕਿਹੜੇ ਨੇ ਇਹਦੀ ਉਹ ਉੱਥੇ ਕੀਤੀ ਆਪਣੀ ਰੇਕੀ ਹੋਈ, ਸਭ ਕੁਝ ਹੋਇਆ, ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਉਹਨੇ ਕਹਿ ਕੇ ਕਰਵਾਇਆ। ਇਹ ਦੱਸ ਦੇਣ ਵੀ ਕਿਉਂ ਹੋਇਆ। ਚਲੋ ਠੀਕ ਹੈ ਜੀ, ਥੋੜਾ ਜਿਹਾ ਵੇਟ ਕਰਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈਏ, ਤੁਸੀਂ ਜਵਾਬ ਇਕੱਠਾ ਦੇ ਲਿਓ। ਪ੍ਰੋਫੈਸਰ ਸਾਹਿਬ, ਲੱਗਦਾ ਕਿ ਇੱਥੇ ਕੋਈ ਅਜਿਹਾ ਸਿਸਟਮ ਹੈ ਜਾਂ ਕੋਈ ਮਾਡਲ ਹੈ ਕਿਸੇ ਹੋਰ ਸਟੇਟ ਦਾ ਜਿਸ ਨੂੰ ਅਪਣਾਇਆ ਜਾ ਸਕਦਾ ਹੈ? ਕੰਡੀਸ਼ਨਸ, ਪੋਪੂਲੇਸ਼ਨ, ਜਿਓਗ੍ਰਾਫਿਕਲੀ ਸਭ ਹਰ ਥਾਂ ਦੀ ਆਪਣੀ ਆਪਣੀ ਲਿਮਿਟੇਸ਼ਨਸ ਔਰ ਐਡਵਾਂਟੇजेस ਹੁੰਦੀਆਂ ਨੇ। ਦੇਖੋ, ਮਾਡਲ ਤੇ ਆਪਾਂ ਨਾ ਹੀ ਕਿਸੇ ਦਾ ਕਹੀਏ ਤੇ ਚੰਗੀ ਗੱਲ ਆ, ਕਿਉਂਕਿ ਹਰ ਕਿਸੇ ਨੂੰ ਉਹ ਗੱਲ ਚੁੱਭਦੀ ਹੈ। ਕਦੀ ਸਾਡੇ ਕੋਲ ਕੋਈ ਮਾਡਲ ਆਉਂਦਾ, ਕਦੀ ਕੋਈ ਆਉਂਦਾ, ਪਰ ਇੱਕ ਫੈਕਟ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਸਾਡੀ ਪੋਲਿਟਿਕਸ ਆ, ਜਿਹੜੀ ਸਿਆਸਤ ਆ, ਉਹਦੀ ਆਪਣੀ ਕ੍ਰਿਮੀਨਲਾਈਜੇਸ਼ਨ ਬੜੀ ਤੇਜ਼ੀ ਨਾਲ ਹੋ ਰਹੀ ਹੈ। ਪਿਛਲੀਆਂ ਚੋਣਾਂ 2014 ਦੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਸੀਗੀਆਂ, ਉਹਦੇ 'ਚ ਜਿਹੜੇ ਕ੍ਰਿਮੀਨਲ ਕੇਸਾਂ ਵਾਲੇ 37% MP ਸਾਹਿਬ ਉੱਥੇ ਪਹੁੰਚੇ ਸੀਗੇ। ਐਤਕੀ ਉਹ ਵੱਧ ਕੇ 43% ਹੋਏ ਆ। ਕੋਈ ਤੇ ਇਹਦੇ ਤੋਂ ਵੀ ਵਧਾ ਕੇ ਦੱਸਦਾ। ਹੁਣ ਜੇ ਸਾਡੇ ਰਾਜ ਜਿਹੜੇ ਸਿਆਸਤ 'ਚ ਕੌਣ ਲੋਕ ਜਾ ਰਹੇ ਆ, ਸਟੇਟਸਮੈਨ ਨਹੀਂ ਜਾ ਰਹੇ, ਇਸੇ ਕਿਸਮ ਦੇ ਗੈਂਗਸਟਰ ਨੁਮਾ ਬੰਦੇ ਜੇ ਜ਼ਿਆਦਾ ਵੱਡੀ ਪੱਧਰ ਤੇ ਹੋਣਗੇ, ਉਹਨਾਂ ਦੇ ਕਨੈਕਸ਼ਨ ਵੀ ਇਹੋ ਜਿਹੇ ਹੋਣਗੇ, ਉਹਨਾਂ ਦੀ ਸੋਚ ਵੀ ਉਹੋ ਜਿਹੀ ਹੋਊਗੀ, ਉਹਨਾਂ ਦੇ ਲਕਸ਼ ਵੀ ਪੋਲਿਟਿਕਸ ਤੋਂ ਉਮੀਦਾਂ ਵੀ ਉਹੋ ਜਿਹੀਆਂ ਹੀ ਹੋਣਗੀਆਂ। ਇਸ ਲਈ ਮੈਨੂੰ ਲੱਗਦਾ ਕਿ ਸਾਡੇ ਦੇਸ਼ ਦੇ ਅੰਦਰ ਅਜੇ ਵੀ ਜਿਹੜੀ ਡੈਮੋਕ੍ਰੇਸੀ ਦੀ ਅਸਲੀ ਰਵਾਇਤ ਆ ਜਾਂ ਅਸਲੀ ਨੋਰਮਸ ਹੈ, ਉਸ ਨੂੰ ਅਸੀਂ ਫਾਲੋ ਨਹੀਂ ਕਰਦੇ। ਇਹ ਸਾਨੂੰ ਇੱਕ ਵੱਡਾ ਜਿਹੜਾ ਉਥਲ ਪੁਥਲ ਉਲਟਾਓ ਬਦਲ ਜਿਹੜਾ ਕਰਨ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ, ਔਰ ਉਹਦੇ 'ਚ ਇਲੈਕਸ਼ਨ ਕਮਿਸ਼ਨ ਰਿਫਾਰਮਸ ਓਵਰਡਿਊ ਆ। ਪਿਛਲੇ 30 ਸਾਲਾਂ ਦੇ ਲਗਾਤਾਰ ਲੋਕ ਕਹਿੰਦੇ ਥੱਕ ਗਏ ਆ। ਜੇ ਅਸੀਂ ਉਸ ਨੂੰ ਨਹੀਂ ਫਿਲਟਰੇਸ਼ਨ ਕਰਾਂਗੇ, ਨਹੀਂ ਚੰਗੇ ਬੰਦਿਆਂ ਨੂੰ ਮੌਕਾ ਦੇਵਾਂਗੇ, ਬਰਾਬਰ ਦੇ ਮੌਕੇ ਨਹੀਂ ਦੇਵਾਂਗੇ ਲੋਕਾਂ ਨੂੰ ਇੱਥੇ ਇਲੈਕਸ਼ਨਾਂ ਲੜਨ ਦੇ, ਤਾਂ ਜਿਸ ਨਿਗਾਰ ਦੇ ਵਿੱਚ ਸਾਡੀ ਰਾਜਨੀਤੀ ਹੁਣ ਪਹੁੰਚ ਗਈ ਹੈ, ਉਹਦਾ ਤੁਸੀਂ ਬਹੁਤਾ ਫਰਕ ਤੇ ਕੋਈ ਦੇਖਦੇ ਨਹੀਂ। ਕਿਸੇ ਪੋਲੀਟੀਸ਼ੀਅਨ ਨੂੰ ਕੋਈ ਹੋਏ ਕਹਿ ਕੇ ਦੇਖ ਲੈ ਸਹੀ, ਜਿਵੇਂ ਸਾਡੇ ਪੋਲੀਟੀਸ਼ੀਅਨ 400 ਬੰਦਾ ਸਿਕਿਉਰਿਟੀ ਦਾ ਨਾਲ ਲੈ ਕੇ ਜਾਂਦੇ ਆ ਜੀ। ਕੀ ਗੱਲ, ਇਹ ਪੋਲਿਟਿਕਸ ਦਾ ਕੋਈ ਫੋਰਨ ਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੈਗੀ? ਮਤਲਬ ਤੁਸੀਂ ਕਹਿ ਰਹੇ ਹੋ ਕਿ ਫੋਕਸ ਆਪਾਂ ਗੈਂਗਸਟਰਾਂ ਦੀ ਥਾਂ ਪੋਲੀਟੀਸ਼ੀਅਨਸ ਦੇ ਉੱਤੇ ਕਰੀਏ। ਉੱਥੋਂ ਸ਼ੁਰੂਆਤ ਉੱਥੋਂ ਹੁੰਦੀ ਹੈ। ਉਹਦੇ ਕਰਕੇ ਗੱਲ ਦੇਖੋ ਇਹ ਨਾ ਕਿ ਥੋੜੀ ਪ੍ਰੈਕਟੀਕਲੀ ਪ੍ਰੋਫੈਸਰ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਕਿ ਇਸ ਤਰੀਕੇ ਨਾਲ ਹੋਵੇ, ਪਰ ਹੁਣ ਉਹ ਸਾਰਾ ਸਿਸਟਮ ਹੈ ਤੇ ਇਸ ਵਿੱਚ ਵਾਲੇ ਲੋਕਾਂ ਨੇ ਤਾਂ ਰਹਿਣਾ ਹੈ ਤੇ ਗੈਂਗਸਟਰਾਂ ਨੂੰ ਫੜਨਾ ਹੈ। ਗੈਂਗਸਟਰਾਂ ਦਾ ਖਾਤਮਾ ਵੀ ਇੱਕ ਚੈਲੰਜ ਹੈ। ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ, ਇੱਕ ਦਰਦਨਾਕ ਸਾਡੇ ਸਾਹਮਣੇ ਐਪੀਸੋਡ ਵੀ ਹੈ। ਸ਼ੁਕਲਾ ਜੀ, ਮੈਂ ਇਸ ਗੱਲ ਦਾ ਜਵਾਬ ਦੇ ਰਿਹਾ ਕਿ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ, ਇੰਨੀਆਂ ਆਪੋ ਆਪਣੀਆਂ ਸਰਕਾਰਾਂ ਦੀ ਦੱਸ ਰਹੇ ਆ, ਕੋਈ ਯੋਗੀ ਦੀ ਸਰਕਾਰ ਦੀ, ਕੋਈ ਭਗਵੰਤ ਮਾਨ ਦੀ ਸਰਕਾਰ ਦੀ, ਉਹ ਠੀਕ ਹੈ ਆਪਣੀ ਆਪਣੀ ਜਗ੍ਹਾ, ਮੈਂ ਕੋਈ ਗਲਤ ਨਹੀਂ ਕਹਿੰਦਾ, ਮੇਰਾ ਉਹਨਾਂ ਨਾਲ ਕੋਈ ਕੰਟੈਂਸ਼ਨ ਵੀ ਨਹੀਂ ਹੈ। ਰਿਜ਼ਲਟ ਕਿੱਥੇ ਆ? ਆਏ ਦਿਨ ਸਾਡੀ ਪੰਜਾਬ ਦੀ ਕਾਨੂੰਨ ਦੀ ਵਿਵਸਥਾ ਵੀ ਤੇ ਡਰੱਗ ਦੀ ਵਿਵਸਥਾ, ਜਿਹੜੇ ਮਾਫੀਆ ਦੀ ਵਿਵਸਥਾ, ਉਹ ਸਾਰਿਆਂ ਨੂੰ
ਬੈਡ ਤੋਂ ਵਰਸ ਕਿਉਂ ਹੋਈ ਜਾਂਦੀ ਆ? ਕਿਉਂ ਅਸੀਂ ਦਿਨ ਬ ਦਿਨ ਜਿਹੜੇ ਥੱਲੇ ਡਿੱਗਦੇ ਜਾਂਦੇ ਆ? ਕਿਤੇ ਮੋੜਾ ਪਿੰਦਾ ਤੁਹਾਨੂੰ ਦਿਖਦਾ ਤੇ ਮੈਨੂੰ ਦੱਸ ਦਿਓ, ਮੈਨੂੰ ਤਾਂ ਨਹੀਂ ਦਿਖ ਰਿਹਾ। ਔਰ ਨਵੀਂ ਚੀਜ਼ ਨਿਕਲੀ ਹੈ ਪਿਛਲੇ 15-20 ਸਾਲਾਂ ਤੋਂ। ਗੈਂਗਸਟਰ ਅਸੀਂ ਤੇ ਕਦੀ ਪੰਜਾਬ 'ਚ ਸੁਣੇ ਨਹੀਂ ਸੀ। ਹਰ ਕਿਸਮ ਦਾ ਆਤੰਕਵਾਦ ਤੇ ਸੁਣ ਲਿਆ, ਅੱਤਵਾਦ ਕਹਿ ਲਓ, ਖਾੜਕੂਵਾਦ ਕਹਿ ਲਓ, ਕੁਝ ਵੀ ਕਹਿ ਲਓ, ਉਹ ਇੱਕ ਅਲੱਗ ਕਿਸਮ ਦੀਆਂ ਪੋਲੀਟੀਕਲ ਲੜਾਈਆਂ ਸੀ। ਪਰ ਆਹ ਇੱਕ ਬਿਲਕੁਲ ਹੀ ਨਵੇਂ ਇੱਕ ਰਾਜੇ ਪੈਦਾ ਹੋ ਗਏ, ਅੰਪਾਇਰ ਆ ਉਹਨਾਂ ਦੀਆਂ ਪੂਰੀਆਂ। ਕੌਣ ਉਹਨਾਂ ਨੂੰ ਹੱਥ ਲਾ ਕੇ ਉਹ ਥ੍ਰੈਟ ਕਰਦੇ ਆ ਪੁਲਿਸ ਨੂੰ? ਪਰ ਕਹਿੰਦੇ ਨੇ ਨਾ ਕਿ ਸਰਕਾਰਾਂ ਤੋਂ ਵੱਡਾ ਤਾਂ ਕੁਝ ਨਹੀਂ, ਕਿ ਜੇ ਆਪਾਂ 500-700 ਲੋਕਾਂ ਦਾ ਜ਼ਿਕਰ ਵੀ ਕਰ ਰਹੇ ਹਾਂ ਲਾਰੈਂਸ ਦੇ ਨਾਲ ਹੋਣ ਜਾਂ ਗੋਲਡੀ ਬਰਾੜ ਦੇ ਨਾਲ, ਪਰ ਜੇ ਸਰਕਾਰਾਂ ਜਾਂ ਫਿਰ ਪੁਲਿਸ ਨੂੰ ਜੇ ਕਿਹਾ ਜਾਂਦਾ ਕਿ ਆਪਣੀ ਆਈ ਦੇ ਉੱਤੇ ਪੁਲਿਸ ਆ ਜਾਵੇ ਫਿਰ ਛੱਡਦੀ ਕੁਝ ਨਹੀਂ। ਬਿਲਕੁਲ ਠੀਕ ਹੈ, ਫਿਰ ਗੱਲ ਤਾਂ ਉਹੀ ਹੈ ਨਾ ਕਿ 500-700 ਤਾਂ ਬਹੁਤ ਵੱਡੀ ਕੋਈ ਨਹੀਂ ਫਿਗਰ ਲੱਗਦੀ ਪ੍ਰੋਫੈਸਰ ਸਾਹਿਬ। ਆਊਗੀ ਨਹੀਂ ਨਾ ਆਉਂਦੀ ਹੈ ਪੁਲਿਸ, ਕਾਰਨ ਇਹ ਕਿ ਕਿਤੇ ਨਾ ਆਏਗੀ ਨਹੀਂ, ਆਉਂਦੀ ਨਹੀਂ ਜਾਂ ਆਉਣ ਨਹੀਂ ਦਿੰਦੇ। ਉਹੀ ਗੱਲ ਹੈ। ਮੈਂ ਅਲਟੀਮੇਟਲੀ ਤੁਸੀਂ ਵੀ ਉੱਥੇ ਪਹੁੰਚ ਗਏ ਜੋ ਮੈਂ ਕਹਿ ਰਿਹਾ। ਜਿਹੜੇ ਪਿੱਛੇ ਉਹਨਾਂ ਦੇ ਹੱਕ ਆਇਆ ਪੁਲਿਸ ਦੇ, ਪੁਲਿਸ ਖੁਦ ਆਪਣਾ ਹਿੱਸਾ ਪੱਤੀ ਕਰ ਲੈਂਦੀ ਹੈ। ਤੁਹਾਡੇ ਕਿਵੇਂ ਛੱਡਿਆ ਤੁਹਾਡੇ ਸਾਹਮਣੇ, ਮੈਂ ਤੁਹਾਡੇ ਗੱਲ ਉਹ ਇੱਕ ਐਗਜ਼ਾਮਪਲ ਆ। ਇਹ ਨਹੀਂ ਸੈਂਕੜੇ ਕੇਸ ਇਹੋ ਜਿਹੇ ਰੋਜ਼ਾਨਾ ਦੇ ਕੇਸ ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਦੂਜਾ ਪੁਆਇੰਟ ਹੈ ਨਾ ਕਿ ਤੁਸੀਂ ਪੰਜੇ ਉਂਗਲਾਂ ਬਰਾਬਰ ਨਹੀਂ, ਕਾਲੀਆਂ ਭੇਡਾਂ ਹਰ ਥਾਂ ਦੇ ਉੱਤੇ ਹਰ ਚੀਜ਼ ਸਿਸਟਮ ਦੇ ਵਿੱਚ ਹੁੰਦੀ ਹੈ। ਚਲੋ ਮੈਂ ਗਰੇਵਾਲ ਸਾਹਿਬ ਨੂੰ ਐਡ ਕਰ ਲਵਾਂ, ਉਹਨਾਂ ਤੋਂ ਵੀ ਇੱਕ ਸਵਾਲ ਲੈ ਲੈਂਦੇ ਆ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸਰ, ਇੱਕ ਤਾਂ ਫਾਰਮੂਲੇ ਵਾਲਾ ਜ਼ਿਕਰ ਹੋ ਰਿਹਾ ਹੈ ਕਿ ਕੋਈ ਫਾਰਮੂਲਾ ਹੈ, ਯਾਨੀ ਕਿ ਕੋਈ ਹੋਰ ਸਟੇਟ ਨੇ ਕੋਈ ਜਿਸ ਤਰੀਕੇ ਨਾਲ ਗੈਂਗਸਟਰਾਂ ਦੇ ਉੱਤੇ ਲਗਾਮ ਲਗਾਈ ਹੋਵੇ ਜਿਸ ਨੂੰ ਆਪਾਂ ਪੰਜਾਬ 'ਚ ਲਿਆ ਕੇ ਇੰਪਲੀਮੈਂਟ ਕਰ ਦਈਏ। ਤੇ ਦੂਜਾ ਪੁਆਇੰਟ, ਅੱਜ ਆਪਾਂ ਗੋਲਡੀ ਬਰਾੜ ਦਾ ਜ਼ਿਕਰ ਕਰ ਰਹੇ ਹਾਂ, ਠੀਕ ਹੈ, ਸਿੱਧੂ ਮੂਸੇਵਾਲਾ ਕੇਸ ਦੇ ਨਾਲ ਸਿੱਧਾ ਨਾਮ ਗੋਲਡੀ ਬਰਾੜ ਦਾ ਜੁੜਿਆ ਹੋਇਆ ਹੈ। ਇੱਕ ਪਿਤਾ ਦੀਆਂ ਭਾਵਨਾਵਾਂ ਨੇ, ਬਹੁਤ ਸਾਰੇ ਲੋਕਾਂ ਦੀਆਂ ਵੀ ਭਾਵਨਾਵਾਂ ਨੇ, ਕਿ ਅੱਜ ਫੋਕਸ ਵਿਦੇਸ਼ਾਂ ਦੇ ਵਿੱਚ ਬੈਠੇ ਅਜਿਹੇ ਐਲੀਮੈਂਟਸ ਦੇ ਉੱਤੇ ਕਰਨ ਦੀ ਜ਼ਰੂਰਤ ਹੈ ਜਾਂ ਫੋਕਸ ਪੰਜਾਬ ਦੇ ਵਿੱਚ ਕਰੀਏ ਕਿ ਜਿਹੜੇ ਇੱਥੇ ਨੈਕਸਸ ਹੈ ਜਾਂ ਜਿਹੜੇ ਇੱਥੇ ਉਹਨਾਂ ਦੇ ਹਮਾਇਤੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨੱਪ ਲਿਆ ਜਾਵੇ ਕਿ ਉੱਥੇ ਬੈਠੇ ਬੈਠੇ ਫੇਲ ਹੋ ਜਾਣ। ਗੋਲਡੀ ਬਰਾੜ ਕੱਲਾ ਕਰ ਕੀ ਲਏਗਾ ਉੱਥੇ ਬੈਠ ਕੇ? ਦੇਖੋ, ਇਸ ਤਰ੍ਹਾਂ ਦੀ ਜੋ ਮੈਂ ਮਹਿਸੂਸ ਕਰਦਾ ਇਸ ਡਿਸਕਸ਼ਨ ਦੇ ਵਿੱਚ, ਪੋਲੀਟੀਕਲੀ ਅਗਰ ਅਸੀਂ ਦੇਖੀਏ, ਜਿਹੜੀ ਪੋਲੀਟੀਕਲ ਰਿਵੈਲਰੀ ਆਪਸ ਵਿੱਚ ਹੀ ਪਾਰਟੀਆਂ ਦੀ ਜੀ ਬੇਸਿਕਲੀ ਤਾਂ ਉਹ ਇਹਨਾਂ ਚੀਜ਼ਾਂ ਨੂੰ ਬੜਾਵਾ ਦੇ ਰਹੀ ਹੈ। ਜਿਸ ਤਰ੍ਹਾਂ ਇੱਕ ਪਾਰਟੀ ਦਾ ਕੋਈ ਰਾਜ ਚੱਲ ਰਿਹਾ, ਉਹਦੇ ਵਿੱਚ ਉਹਨੂੰ ਡੀਮੋਰਲਾਈਜ਼ ਕਰਨ ਦੇ ਲਈ, ਉਹਦੇ ਸਿਸਟਮ ਨੂੰ ਫੇਲ ਕਰਨ ਦੇ ਲਈ ਦੂਸਰੀਆਂ ਰਾਜਨੀਤਿਕ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਨੇ। ਉਹ ਜਿੰਨੀ ਵੀ ਅਫੀਸਰਸ ਨੇ ਜਾਂ ਹੋਰ ਆ, ਉਹਨਾਂ ਨੂੰ ਆਪਣੀ ਸੋਚ ਦੇ ਅਨੁਸਾਰ ਚਲਾਉਂਦੇ ਨੇ। ਅਲਟੀਮੇਟਲੀ ਸਾਡੀ ਜੋ ਗੱਲ ਆਏਗੀ ਜੀ, ਜਿਸ ਤਰ੍ਹਾਂ ਕਿ ਅਸੀਂ ਬਾਹਰਲੇ ਮੁਲਕਾਂ 'ਚ ਵੀ ਦੇਖਦੇ ਹਾਂ, ਜਿੰਨੀ ਦੇਰ ਤੱਕ ਸਾਡੇ ਅਫਸਰਾਂ ਦੇ ਵਿੱਚ, ਸਾਡੀ ਜਨਤਾ ਦੇ ਵਿੱਚ ਕੋਈ ਮੋਰੈਲਿਟੀ ਨਹੀਂ ਰਹੇਗੀ ਤਾਂ ਸਾਡਾ ਸਿਸਟਮ ਕਦੇ ਵੀ ਠੀਕ ਨਹੀਂ ਹੋ ਸਕਦਾ ਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣ ਦੀ ਜ਼ਰੂਰਤ ਆ ਵੀ ਸਾਡੀ ਆਜ਼ਾਦੀ ਤੋਂ ਬਾਅਦ ਸਾਡਾ ਜੋ ਕੰਡਕਟ ਆ, ਸਾਡਾ ਜੋ ਮੋਰੈਲਿਟੀ ਲੈਵਲ ਆ, ਉਹ ਡੇ ਬਾਈ ਡੇ ਅਸੀਂ ਨੀਚੇ ਵੱਲ ਨੂੰ ਹੀ ਜਾ ਰਹੇ ਹਾਂ। ਲਾਅ ਐਂਡ ਆਰਡਰ ਦੀ ਪੋਜੀਸ਼ਨ ਕਦੇ ਵੀ ਠੀਕ ਨਹੀਂ ਹੋ ਸਕਦੀ, ਕਦੇ ਵੀ ਲੋਕ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਜਿੱਥੇ ਕਿ ਮੋਰਲ ਵੈਲਿਊਜ਼ ਜਾਂ ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਬਿਲਕੁਲ ਖਤਮ ਹੋ ਜਾਂਦੀਆਂ। ਸਾਨੂੰ ਪੋਲੀਟੀਕਲ ਸਿਸਟਮ ਦੇ ਅੰਦਰ ਵੀ ਸਿਸਟਮ ਇਹੋ ਜਿਹਾ ਲਿਆਉਣ ਦੀ ਜ਼ਰੂਰਤ ਬਣ ਗਈ ਆ ਸਾਡੇ ਮੁਲਕ ਦੇ ਵਿੱਚ ਕਿ ਅਗਰ ਤੁਹਾਡੇ ਚੰਗੇ ਪੋਲੀਟੀਕਲ ਬੰਦੇ ਇਸ ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨ ਦੇ ਲਈ ਨਹੀਂ ਚੰਗੇ ਹੋਣਗੇ ਤਾਂ ਇਹ ਸਿਸਟਮ ਮੇਰੇ ਹਿਸਾਬ ਨਾਲ ਠੀਕ ਹੋਣ ਵਾਲਾ ਨਹੀਂ। ਮੁੱਦੇ ਦੀ ਗੱਲ ਦੇ ਅਗਰ ਅਸੀਂ ਆਉਨੇ ਆ, ਇਹ ਕੱਲਾ ਲਾਅ ਐਂਡ ਆਰਡਰ ਦਾ ਹੀ ਸਿਚੁਏਸ਼ਨ ਨਹੀਂ ਹੈ, ਸਾਡੀ ਡਿਵੈਲਪਮੈਂਟ ਵੀ ਇਸੇ ਤੇ ਬੇਸਡ ਹੈ। ਅਗਰ ਸਾਡਾ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਨਹੀਂ ਹੈ ਤਾਂ ਕੋਈ ਵੀ ਇਨਵੈਸਟਰ, ਕੋਈ ਵੀ ਚੰਗਾ ਇੰਡਸਟਰੀਲਿਸਟ ਸਾਡੇ ਤੇ ਸਟੇਟ ਚ ਆਏਗਾ ਹੀ ਨਹੀਂ ਜੀ। ਬਿਲਕੁਲ। ਔਰ ਸਾਡੀ ਕੰਟਰੀ ਚ ਵੀ ਇਨਵੈਸਟ ਨਹੀਂ ਕਰਨ ਲਈ ਇੰਟਰਸਟ ਹੋਏਗਾ। ਅਗਰ ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਆਪਣਾ ਸਥਾਨ ਦੇਖੀਏ ਤਾਂ ਅਸੀਂ ਬਹੁਤ ਲੋ ਲੈਵਲ ਤੇ ਬੈਠੇ ਆ। ਬਹੁਤ ਸਾਰੀ ਜਿਹੜੀ ਫੋਰਨ ਦੀ ਇਨਵੈਸਟਮੈਂਟ ਆ ਜਾਂ ਲੋਕਲ ਵੀ ਇਨਵੈਸਟਮੈਂਟ ਆ, ਲੋਕ ਕਿਉਂ ਨਹੀਂ ਕਰਨ ਤੋਂ ਗਰੇਜ ਕਰਦੇ ਨੇ? ਕਿਉਂ ਲੋਕ ਫੋਰਨ ਵੱਲ ਜਾ ਰਹੇ ਨੇ? ਸਾਰੀਆਂ ਚੀਜ਼ਾਂ ਦਾ ਜੋ ਨਿਚੋੜ ਹੈ ਮੇਰੇ ਹਿਸਾਬ ਨਾਲ ਇੱਕੋ ਹੀ ਨਿਕਲਦਾ, ਲਾਅ ਐਂਡ ਆਰਡਰ ਤੇ ਸਿਸਟਮ ਵਧੀਆ ਨਾ ਹੋਣਾ। ਔਰ ਜਿੱਥੇ ਵੀ ਸਿਸਟਮ ਵਧੀਆ ਨਹੀਂ ਹੋਏਗਾ, ਸਾਡੇ ਲੋਕਾਂ ਦਾ ਜੋ ਹੈਗਾ ਉਹ ਸਾਡੀ ਸੋਚਣ ਦੀ ਸ਼ਕਤੀ ਜਿਹੜੀ ਆ ਉਹ ਵੀ ਖਤਮ ਹੁੰਦੀ ਜਾ ਰਹੀ ਆ, ਔਰ ਸਾਡਾ ਜ਼ਿੰਦਗੀ ਜਿਉਣ ਦਾ ਆਨੰਦ ਵੀ ਖਤਮ ਹੁੰਦਾ ਜਾ ਰਿਹਾ। ਅਗਰ ਸਾਡੇ ਬੱਚੇ ਸੇਫ ਨਹੀਂ, ਬਿਲਕੁਲ ਅੱਜ ਕੱਲ ਤਾਂ ਬੱਚੇ ਇੱਕ ਤਾਂ ਬੱਚਾ ਹੈ, ਇੱਕ ਲੜਕੀ ਹੈ, ਇੱਕ ਲੜਕਾ, ਅਗਰ ਉਹੀ ਸਾਡੇ ਘਰ ਤੋਂ ਬਾਹਰ ਗਏ ਸੇਫ ਨਹੀਂ ਤਾਂ ਅਸੀਂ ਕੀ ਜ਼ਿੰਦਗੀ ਜਿਉ ਸਕਦੇ? ਮੈਂ ਸਰ ਇੱਕ ਫਾਈਨਲ ਰਿਐਕਸ਼ਨ ਸਾਡੇ ਲਈ ਤੁਹਾਨੂੰ ਲੱਗਦਾ ਕਿ ਗੱਲ ਹੈ ਪੋਲੀਟੀਕਲ ਤੌਰ ਦੇ ਉੱਤੇ ਕੁਝ ਜਿਹੜੀ ਮੈਂ ਸ਼ਬਦ ਦਾ ਇਸਤੇਮਾਲ ਕਰਾਂ ਕਿ ਕੱਸਣ ਦੀ ਜ਼ਰੂਰਤ ਹੈ ਜਾਂ ਸਿਸਟਮ
ਤੁਹਾਨੂੰ ਲੈਪਸ ਕਿੱਥੇ ਨਜ਼ਰ ਆ ਰਹੇ ਨੇ ਕਿ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਪ੍ਰੋਬਲਮ ਨਜ਼ਰ ਆਉਂਦੀ ਹੈ ਕਿ ਇਸ ਕਰਕੇ ਅਸੀਂ ਅਨਸੇਫ ਮਹਿਸੂਸ ਕਰਦੇ ਹਾਂ? ਇਹ ਪੋਲੀਟੀਕਲ ਤੌਰ ਤੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਸੁਸਾਇਟੀ ਦੇ ਵਿੱਚ ਅਜਿਹੇ ਐਲੀਮੈਂਟਸ ਇੱਕ ਉਹਨਾਂ ਦਾ ਟ੍ਰੈਂਡ ਆ ਗਿਆ ਜਾਂ ਇਸ ਤਰੀਕੇ ਨਾਲ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ? ਦੇਖੋ ਇਸ ਤਰ੍ਹਾਂ ਜੀ, ਅਗਰ ਸਾਡੇ ਲੋਕਾਂ ਦੀ, ਸਾਡੀ ਪਬਲਿਕ ਦੀ ਮੋਰਲ ਵੈਲਿਊਜ਼ ਖਤਮ ਹੋ ਜਾਣਗੀਆਂ, ਉਹ ਚੰਗੇ ਲੋਕਾਂ ਦੀ ਚੋਣ ਹੀ ਨਹੀਂ ਕਰ ਸਕਦੇ। ਅਸੀਂ ਜੋ ਦੇਖ ਰਹੇ ਹਾਂ, ਜੋ ਪ੍ਰੈਜ਼ੈਂਟ ਸਿਸਟਮ ਚੱਲ ਰਿਹਾ, ਇਹਦੇ ਵਿੱਚ ਸਾਡਾ ਵੋਟਰ ਹੀ ਵਿਗਿਆ ਹੋਇਆ। ਅਸੀਂ ਉਹਨਾਂ ਨੂੰ ਸਿਸਟਮ ਹੀ ਇਹ ਦਿੱਤਾ ਹੋਇਆ ਵੀ ਤੁਸੀਂ ਮੈਨੂੰ ਚੁਣਨਾ, ਮੇਰੀ ਕੋਈ ਮੋਰੈਲਿਟੀ, ਮੇਰੀ ਕੋਈ ਮੋਰਲ ਵੈਲਿਊਜ਼, ਮੇਰਾ ਸਮਾਜ 'ਚ ਕੀ ਸਥਾਨ ਆ, ਉਹ ਬਿਲਕੁਲ ਨਹੀਂ ਤੁਸੀਂ ਦੇਖਣਾ ਜੀ। ਔਰ ਇਸ ਤਰੀਕੇ ਦੇ ਨਾਲ ਜਦੋਂ ਵੀ ਸਿਸਟਮ ਨੂੰ ਅਸੀਂ ਲੈ ਕੇ ਆਵਾਂਗੇ, ਉਹ ਕਦੇ ਵੀ ਸਾਡੇ ਲੋਕਾਂ ਨੂੰ ਨਾ ਸੂਟ ਕਰੇਗਾ, ਨਾ ਸਾਡੀ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਕੋਈ ਸਾਡਾ ਇਮੇਜ ਨਹੀਂ ਬਣਾ ਸਕੇਗਾ। ਇਸ ਕਰਕੇ ਸਾਨੂੰ ਲੋਕਾਂ ਨੂੰ ਇਸ ਜੋ ਸਿਸਟਮ ਚੱਲ ਰਿਹਾ ਉਹਨੂੰ ਠੀਕ ਕਰਨ ਦੇ ਲਈ ਅੱਗੇ ਆਉਣਾ ਪਏਗਾ। ਠੀਕ ਹੈ ਸਰ, ਸਮਾਂ ਅਫਸਰ ਲਾਈਏ, ਇਮਾਨਦਾਰ ਅਫਸਰ ਕਿੰਨੇ % ਨੇ, ਔਰ ਕਿੰਨੇ ਅਫਸਰਾਂ ਨੂੰ ਅਸੀਂ ਚੰਗੀਆਂ ਜਗ੍ਹਾ ਤੇ ਨਿਯੁਕਤੀ ਕਰਦੇ ਹਾਂ ਜੀ ਉਹਨਾਂ ਦੀ, ਕਿਉਂਕਿ ਉਹਨਾਂ ਦੇ ਸਿਸਟਮ ਅਨੁਸਾਰ ਨਹੀਂ ਚੱਲਦੇ, ਇਸ ਕਰਕੇ ਉਹਨੂੰ ਕਹਿੰਦੇ ਤੂੰ ਘਰ ਬੈਠ, ਤਨਖਾਹ ਲਈ ਚੱਲ। ਸਿਸਟਮ ਕਿੱਥੇ ਆ? ਇਹ ਸਿਸਟਮ ਬਹੁਤ ਹੀ ਜ਼ਿਆਦਾ ਸੀਰੀਅਸ ਮੈਟਰ ਹੈ ਅੱਜ ਦੇ ਮੁੱਦੇ ਤੇ, ਜੋ ਮੈਂ ਸਮਝਦਾ। ਬਿਲਕੁਲ ਲਾਜ਼ਮੀ ਤੌਰ ਤੇ ਇੰਟਰਕਨੈਕਟਡ ਤਾਂ ਸਾਰੀਆਂ ਚੀਜ਼ਾਂ ਹੈਗੀਆਂ ਸਰ ਆਪਸ ਦੇ ਵਿੱਚ, ਜਿਵੇਂ ਤੁਸੀਂ ਜ਼ਿਕਰ ਕਰ ਦਿੱਤਾ। ਇਨਫੈਕਟ ਆਪਾਂ ਉਸ ਪੂਰੇ VOTING ਪ੍ਰੋਸੈਸ ਦੇ ਉੱਤੇ ਵੀ ਪਹੁੰਚ ਗਏ, ਜਿਹੜਾ ਇਲੈਕਸ਼ਨ ਪ੍ਰੋਸੈਸ ਆਪਣੇ ਇਸ ਸਮੇਂ ਕੰਟਰੀ ਦੇ ਵਿੱਚ ਚੱਲ ਰਿਹਾ ਹੈ। ਜਿਹੜੇ ਸਮੇਂ ਦੇ ਉੱਤੇ ਜਦੋਂ ਵੋਟਾਂ ਪੈਂਦੀਆਂ ਨੇ, ਸ਼ਾਇਦ ਆਪਾਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਉਂਦੇ ਆ, ਜਾਂ ਫਿਰ ਕਿਸੇ ਦੇ ਕਹਿਣ ਦੇ ਉੱਤੇ ਜਾਂ ਇਲਜ਼ਾਮ ਲੱਗਦੇ ਨੇ ਕਿ ਪੈਸਿਆਂ ਬਦਲੇ, ਲਾਲਚ ਦੇ ਬਦਲੇ ਵੋਟਾਂ ਪਾ ਦਿੱਤੀਆਂ, ਤਾਂ ਫਿਰ ਉਸਦੇ ਨਤੀਜੇ ਬੜੇ ਗੰਭੀਰ ਹੋ ਜਾਂਦੇ ਨੇ। ਕਈ ਵਾਰ ਆਪਾਂ ਉਸ ਸਮੇਂ ਇੰਨੀ ਵੱਡੀ ਗੱਲ ਨਹੀਂ ਸੋਚਦੇ, ਬਾਅਦ ਦੇ ਵਿੱਚ ਚੀਜ਼ਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ। ਖੈਰ, ਆਪਾਂ ਲਾਸਟ ਪੜਾਅ ਦੇ ਉੱਤੇ ਇਸ ਚਰਚਾ ਦੇ, ਮੈਂ ਕੰਗ ਜੀ ਔਰ ਚੰਨੀ ਸਾਹਿਬ ਤੁਹਾਡਾ ਇੱਕ ਰਿਐਕਸ਼ਨ ਜ਼ਰੂਰ ਚਾਹੂੰਗਾ। ਕੰਗ ਜੀ, ਪਹਿਲਾਂ ਤੁਹਾਡਾ। ਦੇਖੋ, ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਤੇ ਉਮੀਦਾਂ ਦੇ ਵਿਚਾਲੇ ਇਨਸਾਫ ਦਾ ਇੰਤਜ਼ਾਰ ਵੀ ਹੈ। ਬਹੁਤ ਸਾਰੇ ਕੇਸਿਸ ਦੇ ਵਿਚਾਲੇ ਸਿੱਧੂ ਮੂਸੇਵਾਲਾ ਦੇ ਖਾਸ ਤੌਰ ਤੇ ਹੁਣ ਤਾਂ ਪਿਤਾ ਕਹਿ ਰਹੇ ਨੇ ਕਿ 1 ਮਹੀਨਾ ਹੋਰ। ਪਿਤਾ ਨੇ ਪਹਿਲਾਂ ਨਵੰਬਰ ਦਾ ਜ਼ਿਕਰ ਕੀਤਾ ਸੀ, ਹੁਣ ਦਸੰਬਰ ਦਾ ਜ਼ਿਕਰ ਕਰ ਰਹੇ ਨੇ। ਇਹ ਸਮਾਂ ਅੱਗੇ ਨਾ ਵਧਦਾ ਜਾਵੇ। ਪ੍ਰੋਫੈਸਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਸੀ ਕਿ ਇਹ ਨਾ ਹੋਵੇ ਕਿ ਜਿਵੇਂ ਬੇਅਦਬੀ ਵਾਲਾ ਕੇਸ ਜਾਂ ਹੋਰ ਕੇਸਿਸ ਹੁੰਦੇ ਨੇ ਕਿ ਆਪਾਂ 6-7 ਸਾਲ ਬਾਅਦ ਜਾ ਕੇ ਵੀ ਐਵੇਂ ਬੈਠ ਕੇ ਚਰਚਾ ਕਰ ਰਹੇ ਹੋਈਏ ਕਿ ਦੇਖੋ 2022 ਚ ਮਾਮਲਾ ਹੋਇਆ ਸੀ ਪਰ ਇਨਸਾਫ ਨਹੀਂ ਹੋਇਆ। ਦੇਖੋ, ਪ੍ਰੋਫੈਸਰ ਸਾਹਿਬ ਨੇ ਇੱਕ ਜ਼ਿਕਰ ਹੋਰ ਕੀਤਾ ਹੈ ਕਿ ਪਿਛਲੇ 10-15 ਸਾਲਾਂ 'ਚ ਹੀ ਗੈਂਗਸਟਰ ਸ਼ਬਦ ਆਇਆ। ਬਿਲਕੁਲ ਸੱਚ ਗੱਲ ਹੈ। ਇਹ ਰਾਜਨੀਤਿਕ ਪੁਸ਼ਤ ਪਨਾਈ 'ਚ ਗੌਰਵ ਜੀ ਪੰਜਾਬ 'ਚ ਫੜਿਆ ਵਧਿਆ, ਉਹ ਇਸ ਹੱਦ ਤੱਕ ਪਹੁੰਚਿਆ। ਇੱਕ ਗੱਲ ਔਰ ਦੂਜੀ ਗੱਲ ਇਹ ਵੀ ਅਪਵਾਦ ਹੈ ਕਿ ਮਾਨ ਸਾਹਿਬ ਦੀ ਸਰਕਾਰ ਨੂੰ ਤੁਸੀਂ ਉਸ ਕੈਟੇਗਰੀ 'ਚ ਨਹੀਂ ਰੱਖ ਸਕਦੇ। ਉਹਨਾਂ ਦਾ ਨਾਂ ਕਿਸੇ ਨਾਲ ਨਾ ਜੋੜ ਸਕਦੇ ਹੋ ਤੇ ਨਾ ਭਵਿੱਖ 'ਚ ਜੋੜ ਪਾਉਂਗੇ, ਇਹ ਵੀ ਬੜੀ ਸਪਸ਼ਟ ਗੱਲ ਹੈ ਇਸ ਮਸਲੇ 'ਚ, ਪੁਸ਼ਤ ਪਨਾਈ ਦੇਣ 'ਚ ਗੈਂਗਸਟਰਵਾਦ ਨੂੰ। ਤੀਜੀ ਗੱਲ, ਇੱਕ ਬੜੀ ਗਰੇਵਾਲ ਸਾਹਿਬ ਨੇ ਬੜੀ ਪਤੇ ਦੀ ਗੱਲ ਕਹੀ, ਇਸ ਮਸਲੇ 'ਚੋਂ ਰਾਜਨੀਤਿਕ ਲਾਹਾ ਕੌਣ ਲੈਣਾ ਚਾਹੁੰਦਾ? ਇਹ ਬੜੀ ਖਤਰਨਾਕ ਸਿਆਸਤ ਹੈ ਜੀ। ਜਿਹੜੇ ਲੋਕ ਇਹ ਸੋਚਦੇ ਹੋਣ ਨਾ ਗੁਆਂਢੀ ਦੀ ਅੱਗ ਲੱਗ ਜੂਗੀ ਤੇ ਸਾਡੇ ਘਰ ਬਚ ਜਾਣਗੇ, ਬਚਣੇ ਨਹੀਂਗੇ। ਜਿਹੜੇ ਗੰਦੀ ਸਿਆਸਤ ਕਰਨਾ ਚਾਹੁੰਦੇ ਆ, ਜਿਹੜੇ ਨਰਸਰੀਆਂ ਦੇ ਰੂਪ 'ਚ ਪੈਦਾ ਕਰ ਰਹੇ ਟੀਨੇਜਰ ਨੂੰ, ਕਿ ਇਹ ਵੀ ਬੜੀ ਪੰਜਾਬ 'ਚ ਆਮ ਚਰਚਾ ਚੱਲ ਪਈ ਆ ਕਿ ਪੰਜਾਬ 'ਚ ਕਿਸ ਤਰ੍ਹਾਂ ਲੋਕ ਬਾਹਰੋਂ ਆ ਕੇ ਕ੍ਰਾਈਮ ਕਰਕੇ ਬਾਹਰ ਭੱਜ ਜਾਂਦੇ ਆ। ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਹੋ ਸਕਦੀ ਹੈ, ਇਹ ਵੀ ਸੱਚਾਈ ਬਾਹਰ ਆ ਜੂਗੀ। ਲੇਕਿਨ ਮੇਰੀ ਸਰਕਾਰ ਦੀ ਕਮਿਟਮੈਂਟ, ਮੈਂ ਫੇਰ ਕਹਿੰਦਾ, ਮੈਨੂੰ ਰਾਜਨੀਤਿਕ ਡਿਬੇਟ ਨਹੀਂ ਬਣਾਉਣਾ ਚਾਹੁੰਦਾ ਸੀ। ਸਾਡੀ ਕਮਿਟਮੈਂਟ ਹੈ ਮੂਸੇਵਾਲਾ ਸਾਹਿਬ ਦੀ ਜਿਹੜੀ ਮੌਤ, ਉਹਦਾ ਨਿਆਂ ਉਹਨਾਂ ਦੇ ਪਰਿਵਾਰ ਨੂੰ ਦੇਣਾ, ਔਰ ਕਾਫੀ ਹੱਦ ਤੱਕ ਜਿਹੜੇ ਪ੍ਰਾਈਮ ਅਕਿਊਜ਼ਡ ਆ ਫੜੇ ਵੀ ਆ, ਇਨਕਾਊਂਟਰ ਵੀ ਕੀਤੇ ਆ, ਜਿਹੜੇ ਬਾਹਰ ਭੱਜੇ ਆ ਉਹਨਾਂ ਨੂੰ ਲੈ ਕੇ ਆਵਾਂਗੇ ਪੂਰੀ ਸੰਜੀਦਗੀ ਨਾਲ, ਵਿਦਆਊਟ ਪੋਲੀਟੀਕਲ ਇੰਟਰਸਟ ਜਾਂ ਪੋਲੀਟੀਕਲ ਇਨਫਲੂਐਂਸ ਜਾਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਦਬਾਅ ਨਹੀਂ ਹੈਗਾ। ਇੰਡੀਪੈਂਡੈਂਟਲੀ ਔਰ ਕਾਨੂੰਨ ਦੇ ਹਿਸਾਬ ਨਾਲ ਕੰਮ ਕਰ ਰਿਹਾ। ਠੀਕ ਹੈ। ਮੈਂ ਛੋਟੀ ਜਿਹੀ ਸਟੇਟਮੈਂਟ ਚੰਨੀ ਜੀ ਤੁਹਾਡਾ ਫਾਈਨਲ ਕਮੈਂਟ ਚਾਹੂੰਗਾ। ਦੇਖੋ, ਸੈਂਟਰ ਦੀ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਜ਼ਿਆਦਾ ਹੈ। ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦਾ ਜ਼ਿਕਰ ਕਰ ਰਹੇ ਹਾਂ, ਲੋਕਾਂ ਨੂੰ ਦਵੋ ਭਰੋਸਾ ਜਾਂ ਦੱਸੋ ਕੀ ਰੋਡ ਮੈਪ ਤੁਹਾਡੇ ਕੋਲ ਹੈਗਾ? ਸਮਾਂ ਬਹੁਤ ਪੂਰਾ ਸਰ ਮੇਰੇ ਕੋਲ। ਹਾਂ ਗੌਰਵ, ਗੱਲ ਇਹ ਹੈਗੀ, ਬਸ ਥੋੜੇ ਸ਼ਬਦਾਂ 'ਚ ਪੂਰੀ ਕਰਾਂਗਾ ਕਿ ਸਾਡੇ ਇਹ ਜਿਹੜੇ ਇਹ ਗੱਲ ਸਰਕਾਰ ਪਤਾ ਕਿਤੇ ਲੱਗੀ ਹੋਈ ਹੈ, ਇਹ ਕਰਿੰਦਿਆਂ ਤੇ ਲੱਗੀ ਹੋਈ। ਇੱਕ ਗੱਲ ਮੈਂ ਛੋਟੇ ਇੱਕ ਲਫ਼ਜ਼ ਨਾਲ ਗੱਲ ਕਰਾਂਗਾ। ਦੂਜੀ ਗੱਲ ਹੈ ਵੀ ਜਿਹੜੇ ਬੰਦੇ ਫੜੇ ਨੇ ਲਾਰੈਂਸ ਬਿਸ਼ਨੋਈ ਵਰਗੇ, ਉਹਨਾਂ ਨੂੰ ਪੰਜਾਬ ਦਰਸ਼ਨ ਤੇ ਲਈ ਫਿਰਦੇ ਨੇ। ਔਰ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਹਿ ਰਹੇ, ਇੰਨੀਆਂ ਗੱਡੀਆਂ ਲਾ ਕੇ ਇੱਧਰ ਕੀ ਉੱਧਰ ਕੀ, 2 ਦਿਨ ਇੱਥੇ 1 ਦਿਨ ਉੱਥੇ, ਬਾਈਕਾਟ ਦੇ ਵਿਰੋਧ ਦੀ ਆਨਰੇਬਲ ਹਾਈ ਕੋਰਟ ਕਿਸੇ ਮੈਜਿਸਟਰੇਟ ਨੂੰ ਵੀਡੀਓ ਕਾਨਫਰੰਸ ਰਾਹੀਂ ਉਹਨੂੰ ਲੈ ਲਓ। ਅਸੀਂ ਤਾਂ ਉਹਨੂੰ ਸੈਲੀਬ੍ਰਿਟੀ ਬਣਾ ਰਹੇ ਹਾਂ।
ਲੋਕ ਜਿਹੜੇ ਬੱਚੇ ਹੈਗੇ ਨੇ ਗੁੰਮਰਾਹ ਹੁੰਦੇ ਨੇ, ਉਹ ਕਹਿੰਦੇ ਇਹ ਤਾਂ ਬਹੁਤ ਕੰਮ ਹੀ ਬਹੁਤ ਵਧੀਆ, ਨਾਲੇ ਪੈਸੇ ਤੇ ਨਾਲੇ ਪਬਲਿਸਿਟੀ ਇਹ ਕਰਵਾ ਰਹੇ ਨੇ। ਫਿਰ ਜਿਹੜੀ ਇਹ ਦੇਖੋ, ਵੀ ਆਰ ਲੈਕਿੰਗ ਪੋਲੀਟੀਕਲ ਵਿਲ। ਜਿੱਥੇ ਪੋਲੀਟੀਕਲ ਵਿਲ ਹੁੰਦੀ ਹੈ ਉੱਥੇ ਕੋਈ ਚੀਜ਼ ਨਹੀਂ ਇਦਾਂ ਦੀ ਹੁੰਦੀ। ਔਰ ਮੈਂ ਇਹ ਵੀ ਕਹਿਣਾ ਕਿ ਪੰਜਾਬ ਦੇ ਲੋਕਾਂ ਨੇ 92 MLA ਬਿਨਾਂ ਕਿਸੇ ਲਾਲਚ ਤੋਂ ਪਹਿਲੀ ਵਾਰੀ ਚੁਣੇ ਨੇ, ਔਰ ਇਹਨਾਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ। ਇਹ ਲੱਗੇ ਹੋਏ ਨੇ ਪੋਲੀਟੀਕਲ ਟੂਰਿਜ਼ਮ ਦੇ ਵਿੱਚ, ਔਰ ਲੋਕਾਂ ਨੂੰ ਵਨ ਆਫਟਰ ਵਨ ਚੀਟਿੰਗ ਔਰ ਅਦਰ ਚੀਟਿੰਗ, ਉਸ ਤੋਂ ਬਾਅਦ ਹੋਰ ਚੀਟਿੰਗ, ਕਿਹੜਾ ਵਾਦਾ ਇਹ ਪੂਰਾ ਕਰ ਰਹੇ ਨੇ ਜੀ। ਚਲੋ ਗੱਲ ਇਹ ਹੈ ਕਿ NIA ਵੀ ਲੈ ਕੇ ਗਈ ਹੈ ਸਰ ਉਹੀ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ। ਪ੍ਰੋਫੈਸਰ ਸਾਹਿਬ 10 ਸੈਕਿੰਡਸ ਹੈ ਸਰ ਤੁਹਾਡਾ ਫਾਈਨਲ ਕਮੈਂਟ। ਹਾਂ ਨਹੀਂ ਬਿਲਕੁਲ, ਮੇਰਾ ਤਾਂ ਖਿਆਲ ਹੈ ਕਿ ਆਪਾਂ ਸਾਰੇ ਇਸ ਗੱਲ ਦੇ ਸਿੱਟੇ ਤੇ ਪਹੁੰਚੇ ਹਾਂ। ਸਰਕਾਰਾਂ ਵੱਲੋਂ ਤੇ ਜਿਹੜੀਆਂ ਕੋਸ਼ਿਸ਼ਾਂ ਉਹ ਤੇ ਹੈ ਹੀ ਹੈ ਆ, ਮੈਂ ਉਹਦੇ 'ਚ ਨਹੀਂ ਕਰੂੰਗਾ ਕਿ, ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜੇ ਪੰਜਾਬ ਦੇ ਵਿੱਚ ਗੈਂਗਸਟਰਿਜ਼ਮ ਸੱਚੀ ਮੁੱਚੀ ਖਤਮ ਕਰਨਾ, ਜਿਹੜਾ ਬਾਕੀ ਮਾਫੀਆ ਹੈ ਇੱਥੇ ਉਹ ਵੀ ਨਾਲੋਂ ਨਾਲ ਖਤਮ ਹੋਊਗਾ, ਨਹੀਂ ਤੇ ਗੈਂਗਸਟਰਿਜ਼ਮ ਖਤਮ ਨਹੀਂ। ਮਤਲਬ ਜਿਵੇਂ ਤੁਹਾਨੂੰ ਲੱਗਦਾ ਡਰਗ ਮਾਫੀਆ, ਰੇਤ ਮਾਫੀਆ, ਹੋਰ ਜਿੰਨੇ ਵੀ ਮਾਫੀਆ ਹੈ ਸਾਰੇ ਮਾਫੀਆ ਵੀ ਖਤਮ ਕਰ ਰਹੇ ਨਾਲ ਇਸ ਤਰ੍ਹਾਂ ਮਿਕਸ। ਮਾਫੀਆ ਤੋਂ ਖਤਮ ਹੀ ਨਹੀਂ ਕੀਤਾ, ਮਾਫੀਆ ਤਾਂ ਪਨਪ ਰਿਹਾ, ਚਾਹੇ ਉਹ ਸ਼ਰਾਬ ਮਾਫੀਆ ਚਾਹੇ ਉਹ ਰੇਤ ਮਾਫੀਆ। ਠੀਕ ਹੈ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਮੈਂ ਵਿਚਾਲੇ ਰੋਕ ਰਿਹਾ, ਮਾਫੀ ਚਾਹੂੰਗਾ। ਸਮਾਜ ਦੇ ਲਈ ਦੇ ਵਿੱਚ ਸ਼ੁਕਰੀਆ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਚਰਚਾ ਆਪਾਂ ਕੀਤੀ ਹੈ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਨੇ, ਜਿਹੜੇ ਅਮਨ ਪਸੰਦ ਲੋਕ ਨੇ, ਜਿਹੜੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਲੋਕ ਨੇ, ਉਹ ਚਾਹੁੰਦੇ ਨੇ ਕਿ ਇਨਸਾਫ ਹੋਵੇ। ਇਨਸਾਫ ਹੁਣ ਹੋਏਗਾ ਕਿਵੇਂ, ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਜੇ ਗੋਲਡੀ ਬਰਾੜ ਕਾਬੂ ਨਹੀਂ ਆਉਂਦਾ, ਵਿਦੇਸ਼ ਦੇ ਵਿੱਚ ਬੈਠਾ ਹੋਇਆ ਹੈ, ਉਸਦੇ ਇੱਥੇ ਗੁਰਗੇ ਕੰਮ ਕਰ ਰਹੇ ਨੇ, ਤਾਂ ਇਸ ਦਾ ਇੱਕ ਇਹ ਵੀ ਮਤਲਬ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਉਹ ਦੁਬਾਰਾ ਵੀ ਅੰਜਾਮ ਦੇ ਸਕਦਾ ਹੈ। ਇਸ ਕਰਕੇ ਵੀ ਗੋਲਡੀ ਬਰਾੜ ਦਾ ਸਲਾਖਾਂ ਦੇ ਪਿੱਛੇ ਪਹੁੰਚਣਾ ਜ਼ਰੂਰੀ ਹੈ। ਹੁਣ ਪਲਾਨ ਕੀ ਹੈ? ਦੂਜਾ ਪੁਆਇੰਟ ਇਹ ਵੀ ਹੈ ਕਿਉਂਕਿ ਜੋ ਅਸੀਂ ਰੈੱਡ ਕਾਰਨਰ ਨੋਟਿਸ ਇੰਟਰਪੋਲ ਦਾ ਜ਼ਿਕਰ ਕਰ ਰਹੇ ਸੀ, ਆਮ ਤੌਰ ਤੇ ਏਜੰਸੀਆਂ ਜਦੋਂ ਕੰਮ ਕਰ ਰਹੀਆਂ ਹੁੰਦੀਆਂ ਨੇ, ਕਾਬਲੇ ਗੌਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਸੀ ਕਿ ਏਜੰਸੀਆਂ ਜਦੋਂ ਕੰਮ ਕਰ ਰਹੀਆਂ ਹੁੰਦੀਆਂ ਨੇ, ਉਹ ਆ ਕੇ ਮੀਡੀਆ ਦੇ ਵਿੱਚ ਨਹੀਂ ਦੱਸਦੀਆਂ ਕਿ ਅਸੀਂ ਇੱਥੇ ਪਹੁੰਚ ਗਏ ਜਾਂ ਅਸੀਂ ਕਾਬੂ ਕਰਨ ਵਾਲੇ ਹਾਂ। ਜਿਸ ਦਿਨ ਕਾਬੂ ਹੋ ਜਾਏਗਾ ਡਾਇਰੈਕਟਲੀ ਪਤਾ ਲੱਗੇਗਾ ਕਿ ਗੋਲਡੀ ਬਰਾੜ ਫੜ ਲਿਆ। ਖੈਰ ਉਸ ਦਿਨ ਦਾ ਇੰਤਜ਼ਾਰ ਰਹੇਗਾ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ।